कि ये जिहड़ी गां आ कोई मामूली गां नहीं है जिहड़ी मैं तैनूं दे देवां। ये वो गां आ जिस गां की प्राप्ति मैनूं सागर मंथन तो हुई सी और देवतां की परमात्मा की दित्ती हुई वडमुल्ली दात है भी जे तेरे च हिम्मत आ तूं लै जा इहनूं। जिहड़ी गां जिहड़ी एक भोजन पैदा कर सकती है ਉਹਦੇ वास्ते सैनिक पैदा करना भी कोई वड्डी गल नहीं। ਤੇ ਉਹਨਾਂ ਨੇ ਰਾਜਾ ਵਿਸ਼ਵਾਮਿੱਤਰ ਨੂੰ ਆਸ਼ਰਮ ਚੋਂ ਖਦੇੜ ਦਿੱਤਾ। ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਤੁਸੀਂ ਦੇਖ ਰਹੇ ਹੋ V24 TV ਤੇ ਮੈਂ ਅਭੀ ਕੇਸਰ ਇੱਕ ਵਾਰ ਫਿਰ ਤੋਂ ਸ਼ੋਅ ਲੈ ਕੇ ਆਇਆ ਵਿਆਨ ਰਕਸ਼ਾਮ, ਜਿਵੇਂ ਅਸੀਂ ਇਤਿਹਾਸ ਦੀ ਗੱਲ ਕਰਦੇ ਹਾਂ। ਇਤਿਹਾਸ ਦੀ ਗੱਲ ਕਰਕੇ ਆਪਣੇ ਪ੍ਰੈਜ਼ੈਂਟ ਤੇ ਆਪਣੇ ਫਿਊਚਰ ਨੂੰ ਕਿਵੇਂ ਵਧੀਆ ਬਣਾਉਣਾ ਉਹ ਸਾਨੂੰ ਰੋਹਿਤ ਸਹੋਤਾ ਹੀ ਦੱਸਦੇ ਨੇ ਇਹਨਾਂ ਨਾਲ ਗੱਲਬਾਤ ਕਰਕੇ। ਹੁਣ ਜਿਵੇਂ ਕਿ ਆਪਾਂ ਲਾਸਟ ਐਪੀਸੋਡ 'ਚ ਗੱਲ ਕੀਤੀ ਭਰਤਵਾਜ ਜੀ ਬਾਰੇ, ਉਹਨਾਂ ਨੇ ਕਿਵੇਂ ਜਿਹੜਾ ਆਪਣੇ ਸਾਡੇ ਨਾਲ ਕਿਵੇਂ ਜੁੜਿਆ, ਸਾਡੇ ਪ੍ਰੈਜ਼ੈਂਟ ਨੂੰ ਕਿ ਸਾਡਾ ਪ੍ਰੈਜ਼ੈਂਟ ਵਧੀਆ ਬਣ ਸਕੇ। ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਮਹਾਰਾਜ ਨੇ ਕਿਵੇਂ ਇਸ ਸ੍ਰਿਸ਼ਟੀ ਨੂੰ ਸੰਹਾਰਿਆ। ਅਤੇ ਕੱਲ੍ਹ ਜੋ ਸਾਡੀ ਗੱਲ ਰਹਿ ਗਈ ਸੀਗੀ ਲਾਸਟ ਐਪੀਸੋਡ ਦੇ ਵਿੱਚ ਵਿਸ਼ਵਾਮਿੱਤਰ ਜੀ ਬਾਰੇ, ਅਤੇ ਉਹਦੇ ਬਾਰੇ ਅੱਜ ਪੂਰਾ ਜਿਹੜਾ ਸੰਖੇਪ ਸਰ ਦੱਸਣਗੇ। ਸਰ ਹੁਣ ਆਪਾਂ ਇਸ ਟੌਪਿਕ ਨੂੰ ਕਿਸ ਤਰੀਕੇ ਨਾਲ ਸ਼ੁਰੂਆਤ ਕਰ ਰਹੇ ਹਾਂ ਸੋ ਦੈਟ, ਕਿਉਂਕਿ ਲਾਸਟ ਐਪੀਸੋਡ ਸਾਡਾ ਅਧੂਰਾ ਰਹਿ ਗਿਆ ਸੀਗਾ ਬਿਕਾਜ਼ ਆਫ ਟਾਈਮ ਲਿਮਿਟਸ। ਜੀ 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 ਜਿਹੜਾ ਆਪਣਾ ਅਭੀ ਜੀ ਪਿਛਲਾ ਐਪੀਸੋਡ ਗਿਆ ਹੈਗਾ ਉਹਦੇ 'ਚ ਮੈਂ ਕੋਸ਼ਿਸ਼ ਕੀਤੀ ਹੈ ਕਿ ਇੱਛਾ ਪੂਰਤਿਕ ਵਿਲਿੰਗਨੈਸ ਚਾਹਤ ਆਪਾਂ ਪਰਮਾਤਮਾ ਨੂੰ ਇੱਛਾ ਪੂਰਤਿਕ ਕਿਵੇਂ ਕਹਿੰਦੇ ਹੈਗੇ ਆ ਅਤੇ ਕਿਹੜੀਆਂ ਸਾਡੀਆਂ ਇਤਿਹਾਸ 'ਚ ਐਗਜ਼ਾਮਪਲਾਂ ਹੈ ਜਿਹੜੀਆਂ ਸਾਨੂੰ ਮਿਲਦੀਆਂ ਕਿ ਪਰਮਾਤਮਾ ਨੇ ਉਹ ਸਾਡੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਕੀਤੀਆਂ ਹੈਗੀਆਂ। ਜਿਹਦੇ ਵਿੱਚੋਂ ਇੱਕ ਐਗਜ਼ਾਮਪਲਸ ਮੈਂ ਦਿੱਤੀ ਸੀਗੀ ਤੁਹਾਨੂੰ ਹੁਣ ਲਾਸਟ ਟਾਈਮ ਸਤਯੁਗ ਦੇ ਨਾਲ ਜਿਹੜੀ ਐਗਜ਼ਾਮਪਲ ਜੁੜੀ ਹੈ ਮਹਰਿਸ਼ੀ ਭਰਦਵਾਜ ਦੀ। ਮਹਾਰਿਸ਼ੀ ਭਰਦਵਾਜ ਨੇ ਕਿੱਦਾਂ ਪਰਮਾਤਮਾ ਦੇ ਕੋਲ ਜਾਂ ਆਪਣੇ ਪਿਤਾ ਰਿਸ਼ੀ ਕਸ਼ਪ ਜੀ ਦੇ ਕੋਲ ਇਹ ਇੱਛਾ ਜ਼ਾਹਰ ਕੀਤੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਧਾਰਨਾ ਚਾਹੁੰਦਾ ਹੈ ਜਿਨ੍ਹਾਂ ਦਾ ਨਾ ਜਨਮ ਹੋਇਆ, ਜਿਨ੍ਹਾਂ ਦੀ ਨਾ ਮ੍ਰਿਤਿੂ ਹੈ, ਜਿਨ੍ਹਾਂ ਦਾ ਨਾ ਅੰਤ ਹੈ, ਨਾ ਜਿਨ੍ਹਾਂ ਦਾ ਅਨੰਤ ਹੈ। ਉਹ ਇੱਕ ਸੈਲਫ ਕ੍ਰੀਏਟਿਡ ਚੀਜ਼ ਹੈਗੇ ਨੇ, ਉਹਨਾਂ ਨੂੰ ਮੈਂ ਆਪਣਾ ਗੁਰੂ ਧਾਰਨਾ ਚਾਹੁੰਦਾ ਹੈ। ਅਤੇ ਕਿਵੇਂ ਆਪਣੇ ਪੁਰਸ਼ਾਰਥ ਦੇ ਦੁਆਰਾ, ਕਿਵੇਂ ਆਪਣੀ ਮਿਹਨਤ ਦੇ ਦੁਆਰਾ, ਕਿੱਦਾਂ ਆਪਣੀ ਇੱਛਾ ਸ਼ਕਤੀ ਨੂੰ ਜ਼ਾਹਰ ਕਰਨ ਲਈ ਉਹਨਾਂ ਨੇ ਪਰਮਾਤਮਾ ਨੂੰ ਫਰਿਆਦ ਕੀਤੀ ਅਤੇ ਪਰਮਾਤਮਾ ਉਹਨਾਂ ਦੀ ਇੱਛਾ ਪੂਰੀ ਕਰਦੇ ਹੋਏ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋ ਕੇ ਪਰਮਾਤਮਾ ਨੇ ਉਹਨਾਂ ਨੂੰ ਯੋਗ ਵਸਿਸ਼ਠ ਦਾ ਗਿਆਨ ਦਿੱਤਾ। ਅਤੇ ਉੱਥੇ ਜਿਹੜੀ ਇੱਛਾ ਸੀਗੀ ਭਾਰਦਵਾਜ ਦੀ ਇੱਕ ਐਸੇ ਗੁਰੂ ਨੂੰ ਧਾਰਨ ਕਰਨ ਦੀ ਜਾਂ ਇੱਕ ਐਸੀ ਸ਼ਖਸੀਅਤ ਨੂੰ ਆਪਣਾ ਗੁਰੂ ਬਣਾਉਣ ਦੀ ਜਿਹੜੀ ਕਿ ਵਾਕਈ ਹੀ ਗੁਰੂ ਕਹਿਲਾਉਣ ਦੇ ਕਾਬਲ ਹੈ। ਗੁਰੂ ਉਹ ਹੁੰਦਾ ਜਿਹੜਾ ਕਿਸੇ ਵੀ ਗਿਆਨ ਨੂੰ ਸਾਡੀ ਰੂਹ ਦੇ ਵਿੱਚ ਉਤਾਰ ਦੇਵੇ। ਗੁਰੂ ਦਾ ਜਿਹੜਾ ਅਸਲੀ ਮਕਸਦ ਦਾ ਮਤਲਬ ਹੈ ਉਹ ਹੈ ਗੁਰੂ, ਯਾਨੀ ਕਿ ਗੁਰ ਦੀ ਗੱਲ, ਇੱਕ ਅੱਛੀ ਗੱਲ ਉਹ ਸਾਡੀ ਰੂਹ ਦੇ ਵਿੱਚ ਉਤਾਰ ਦੇਣੀ। ਉਹ ਹੀ ਅੱਛਾ ਇੱਕ ਗੁਰੂ ਹੈ। ਜਿਵੇਂ ਕਿ ਇਨਸਾਨ ਦਾ ਪਹਿਲਾ ਗੁਰੂ ਆਪਾਂ ਦੇਖੀਏ ਤਾਂ ਉਹਦੀ ਮਾਤਾ ਹੈ। ਮਾਤਾ ਅਗਰ ਅੱਛੇ ਸੰਸਕਾਰ ਦੇਵੇਗੀ ਤਾਂ ਉਹਦਾ ਜਿਹੜਾ ਜੀਵਨ ਹੈ ਇਨਸਾਨ ਦਾ ਅੱਛਾ ਬਣੇਗਾ। ਇਵੇਂ ਉਸ ਤੋਂ ਬਾਅਦ ਜਿਹੜਾ ਰੂਪ ਜਿਹੜਾ ਆਉਂਦਾ ਹੈ ਉਹ ਸਾਡੇ ਟੀਚਰ ਦਾ ਆਉਂਦਾ ਹੈ। ਟੀਚਰ ਅਗਰ ਸਾਨੂੰ ਅੱਛੀ ਸਿੱਖਿਆ ਦੇਗਾ ਅਤੇ ਅੱਛੀ ਜਿਹੜੀ ਸਾਨੂੰ ਆਦਤਾਂ ਦੇਗਾ ਅਤੇ ਉਹਦੇ ਵਾਸਤੇ ਉਸੇ ਚੀਜ਼ਾਂ ਨੂੰ ਆਪਾਂ ਅਡੋਪਟ ਕਰਕੇ ਆਪਣੀ ਲਾਈਫ ਨੂੰ ਪਲੱਸ ਆਪਣੀ ਜਿਹੜੀ ਦੁਨਿਆਵੀ ਲਾਈਫ ਹੈ ਉਹਨੂੰ ਆਪਾਂ ਬੈਟਰ ਬਣਾ ਸਕਦੇ ਹੈਗੇ ਆ। ਇਸੇ ਤਰ੍ਹਾਂ ਜਿਸ ਤਰ੍ਹਾਂ ਹੁਣ ਜਿਹੜੀ ਗੱਲ ਮਹਰਿਸ਼ੀ ਭਰਦਵਾਜ ਨੇ ਕਹੀ ਸੀਗੀ ਕਿ ਮੈਂ ਉਹਨਾਂ ਨੂੰ ਆਪਣਾ ਗੁਰੂ ਧਾਰਨਾ ਚਾਹੁੰਦਾ ਹੈ ਜਿਹੜਾ ਦਾ ਨਾ ਜਨਮ ਹੈ, ਨਾ ਜਿਨ੍ਹਾਂ ਦੀ ਮ੍ਰਿਤਿੂ ਹੈ, ਨਾ ਜਿਨ੍ਹਾਂ ਦਾ ਕਹਿ ਲਈਏ ਕਿ ਅੰਤ ਪਤਾ ਲੱਗਦਾ, ਨਾ ਜਿਨ੍ਹਾਂ ਦਾ ਸ਼ੁਰੂਆਤ ਜਿਹੜੀ ਪਤਾ ਲੱਗੇ। ਉਹ ਖੁਦ ਹੀ ਅੰਤ ਹੈ, ਉਹ ਖੁਦ ਹੀ ਅਨੰਤ ਹੈ। ਉਹ ਚਾਹੁਣ ਤਾਂ ਜਿਸ ਤਰ੍ਹਾਂ ਮਰਜ਼ੀ ਸਭ ਕੁਝ ਹੋ ਜਾਵੇ ਇਹ ਨਾਲ। ਅਤੇ ਭਰਦਵਾਜ ਦੀ ਇੱਛਾ ਨੂੰ ਪੂਰੀ ਕਰਦੇ ਹੋਏ ਪਰਮਾਤਮਾ ਨਿਰਾਕਾਰ ਰੂਪ ਤੋਂ ਸਾਕਾਰ ਰੂਪ ਦੇ ਵਿੱਚ ਸਤਯੁਗ 'ਚ ਉਸ ਸਮੇਂ ਪਹਿਲੀ ਵਾਰ ਜਿਹੜੇ ਪ੍ਰਗਟ ਹੋਏ ਇਹ ਨਾਲ। ਨਹੀਂ ਤਾਂ ਪਹਿਲਾਂ ਉਹਨਾਂ ਦਾ ਜਿਹੜਾ ਰੂਪ ਸੀਗਾ ਇੱਕ ਐਸਾ ਰੂਪ ਸੀ ਜਿਹਨੂੰ ਕਿ ਆਪਾਂ ਸੁਣ ਤਾਂ ਸਕਦੇ ਸੀ, ਮਹਿਸੂਸ ਤਾਂ ਕਰ ਸਕਦੇ ਸੀ, ਪਰ ਨਾ ਤਾਂ ਉਹਨੂੰ ਦੇਖ ਸਕਦੇ ਸੀ, ਨਾ ਹੀ ਉਹਨੂੰ ਆਪਾਂ ਛੂਹ ਸਕਦੇ ਸੀਗੇ। ਫਿਰ ਰਿਸ਼ੀ ਭਾਰਦਵਾਜ ਦੀ ਇੱਛਾ ਨੂੰ ਪੂਰਾ ਕਰਦੇ ਹੋਏ ਪਰਮ ਪਿਤਾ ਪਰਮਾਤਮਾ ਇੱਕ ਸਾਕਾਰ ਰੂਪ ਦੇ ਵਿੱਚ ਪ੍ਰਗਟ ਹੋਏ। ਇਸੇ ਤਰ੍ਹਾਂ ਜਿਹੜੀ ਮੈਂ ਅੱਜ ਦੀ ਹੁਣ ਆਪਣੀ ਗੱਲ ਕਰਨੀ ਚਾਹਾਂਗਾ ਉਹ ਗੱਲ ਹੈਗੀ ਹੈ ਦੂਸਰੀ ਐਗਜ਼ਾਮਪਲ
ਜਿਹੜੀ ਕਿ ਇਸੇ ਸਤਯੁਗ ਦੇ ਵਿੱਚ ਹੀ ਆਂਦੀ ਹੈਗੀ ਹੈ। ਉਹ ਐਗਜ਼ਾਮਪਲ ਹੈਗੀ ਆ ਮਹਾਰਿਸ਼ੀ ਵਿਸ਼ਵਾਮਿੱਤਰ ਦੀ। ਮਹਾਰਿਸ਼ੀ ਵਿਸ਼ਵਾਮਿੱਤਰ ਜਿਨ੍ਹਾਂ ਦੇ ਵਾਸਤੇ ਕਿ ਮੈਂ ਥੋੜੀ ਜਿਹੀ ਤੁਹਾਨੂੰ ਬੈਕਗਰਾਉਂਡ ਦੱਸ ਦਵਾਂ, ਇਹ ਇੱਕ ਛਤਰੀਆ ਕੁਲ ਦੇ ਵਿੱਚੋਂ ਸੀਗੇ। ਛਤਰੀਆ ਕੁਲ ਯਾਨੀ ਕਿ ਇੱਕ ਰਾਜੇ ਮਹਾਰਾਜੇ ਸੀ ਜਿਨ੍ਹਾਂ ਦਾ ਕੰਮ ਸਾਡੀ ਰੱਖਿਆ ਕਰਨਾ ਸੀ, ਸਾਡੀ ਪ੍ਰਜਾ ਦੇ ਲੋਕਾਂ ਦਾ ਚੰਗੀ ਤਰ੍ਹਾਂ ਭਰਨ ਪੋਸ਼ਣ ਕਰਨਾ ਸੀਗਾ। ਪਰ ਇਸੇ ਕੜੀ ਦੇ ਵਿੱਚ ਜਦੋਂ ਇੱਕ ਵਾਰੀ ਇਹ ਸ਼ਿਕਾਰ ਕਰਨ ਗਏ ਤਾਂ ਜੰਗਲ ਦੇ ਵਿੱਚ ਰਿਸ਼ੀ ਵਿਸ਼ਵਾਮਿੱਤਰ ਜੀ ਨੂੰ ਜਾਂ ਰਾਜਾ ਵਿਸ਼ਵਾਮਿੱਤਰ ਜੀ ਨੂੰ ਮੈਂ ਕਹਾਂਗਾ ਕਿ ਉਸ ਸਮੇਂ ਭੁੱਖ ਲੱਗ ਗਈ। ਉਹਨਾਂ ਨੂੰ ਵੀ ਭੁੱਖ ਲੱਗੀ, ਉਹਨਾਂ ਦੇ ਸੈਨਿਕਾਂ ਨੂੰ ਵੀ ਭੁੱਖ ਲੱਗੀ ਤੇ ਨਜ਼ਦੀਕ ਹੀ ਆਸ਼ਰਮ ਪੈਂਦਾ ਸੀ ਵਸ਼ਿਸ਼ਟ ਜੀ ਦਾ, ਜਿਨ੍ਹਾਂ ਨੂੰ ਕਿ ਆਪਾਂ ਮਹਾਰਿਸ਼ੀ ਵਸ਼ਿਸ਼ਟ ਕਹਿ ਦਿੰਦੇ ਆ। ਮਹਾਰਿਸ਼ੀ ਵਸ਼ਿਸ਼ਟ ਉਹ ਸੀ ਜਿਨ੍ਹਾਂ ਨੇ ਕਿ ਰਾਮਚੰਦਰ ਜੀ ਦੇ ਪਰਿਵਾਰ ਨੂੰ ਇੱਕ ਅੱਛੀ ਜਿਹੜੀ ਗਿਆਨ ਦੀ ਸਿੱਖਿਆ ਜਿਹੜੀ ਦਿੱਤੀ ਸੀਗੀ। ਇਹ ਨਾਲ ਰਘੁਵੰਸ਼ੀ ਕੁਲ ਦੇ ਉਹ ਕੁਲ ਗੁਰੂ ਸੀਗੇ ਉਹ ਰਿਸ਼ੀ ਵਸ਼ਿਸ਼ਟ ਜੀ। ਉਸੇ ਵਸ਼ਿਸ਼ਟ ਦੇ ਆਸ਼ਰਮ ਵਿੱਚ ਜਦੋਂ ਵਿਸ਼ਵਾਮਿੱਤਰ ਰਾਜਾ ਵਿਸ਼ਵਾਮਿੱਤਰ ਜੀ ਗਏ ਤਾਂ ਰਿਸ਼ੀ ਵਸ਼ਿਸ਼ਟ ਜੀ ਨੇ ਕਿਹਾ ਕਿ ਭਾਈ ਸਾਡੇ ਵਿੱਚ ਸੈਨਾ ਆਈ ਹੈ, ਰਾਜਾ ਜੀ ਆਏ ਨੇ, ਵੀ ਇਹਨਾਂ ਦਾ ਯਥਾ ਸੰਭਵ ਆਦਰ ਸਤਿਕਾਰ ਕੀਤਾ ਜਾਵੇ, ਇਹਨਾਂ ਨੂੰ ਭੋਜਨ ਦੀ ਵਿਵਸਥਾ ਕੀਤੀ ਜਾਵੇ। ਪਰ ਜਦੋਂ ਰਾਜਾ ਵਿਸ਼ਵਾਮਿੱਤਰ ਜੀ ਨੇ ਦੇਖਿਆ ਕਿ ਇਸ ਰਿਸ਼ੀ ਦੇ ਆਸ਼ਰਮ 'ਚ ਸਿਵਾਏ ਇੱਕ ਗਾਂ ਤੋਂ ਜਾਂ ਥੋੜ੍ਹੇ ਜਿਹੇ ਅਨਾਜ ਤੋਂ ਕੁਛ ਵੀ ਨਹੀਂ ਹੈ, ਤੇ ਕਿੱਦਾਂ ਮੇਰੀ ਐਡੀ ਵੱਡੀ ਸੈਨਾ ਨੂੰ ਇਹ ਖਾਣਾ ਖਵਾ ਦੇਗਾ। ਤੇ ਰਾਜਾ ਵਿਸ਼ਵਾਮਿੱਤਰ ਨੂੰ ਇਹ ਨਹੀਂ ਸੀ ਪਤਾ ਕਿ ਜਿਹੜੀ ਗਾਂ ਉੱਥੇ ਬੰਨੀ ਹੋਈ ਹੈ ਵਿਸ਼ਵਾਮਿੱਤਰ ਦੇ ਆਸ਼ਰਮ ਦੇ ਵਿੱਚ, ਉਹ ਗਾਂ ਜਿਹੜੀ ਜਿਹਨੂੰ ਕਿ ਆਪਾਂ ਕਪਿਲਾ ਗਾਂ ਕਹਿੰਦੇ ਆ, ਇਹ ਉਹ ਗਾਂ ਸੀਗੀ ਜਿਹੜੀ ਨਵਰਤਨਾਂ ਦੇ ਵਿੱਚੋਂ ਨਿਕਲੀ ਸੀਗੀ। ਇੱਕ ਐਸੀ ਗਾਂ ਸੀ ਜਿਹੜੀ ਸਾਡੀ ਹਰ ਤਰ੍ਹਾਂ ਦੀ ਇੱਕ ਇੱਛਾ ਪੂਰੀ ਕਰਦੀ ਸੀਗੀ ਇਹ ਨਾਲ। ਤੇ ਜਦੋਂ ਰਿਸ਼ੀ ਵਸ਼ਿਸ਼ਟ ਜੀ ਨੇ ਉਸ ਗਾਂ ਨੂੰ ਫਰਿਆਦ ਕੀਤੀ ਜਾ ਕੇ ਕਿ ਮੇਰੇ ਕੋਲ ਅੱਜ ਰਾਜਾ ਆਇਆ ਔਰ ਉਹਦੀ ਪ੍ਰਜਾ ਆਈ ਹੈ, ਵੀ ਇਸ ਨੂੰ ਯਥਾ ਸੰਭਵ ਜਿਹੜਾ ਭੋਜਨ ਜਿਹੜਾ ਪੇਸ਼ ਕੀਤਾ ਜਾਵੇ, ਵੀ ਉਹਨੂੰ ਦੇਣ ਦੀ ਕਿਰਪਾ ਕਰੋ। ਤੇ ਉਸ ਜਿਹੜੀ ਕਪਿਲਾ ਗਾਂ ਸੀਗੀ, ਅਲੱਗ-ਅਲੱਗ ਤਰ੍ਹਾਂ ਦੇ ਪਕਵਾਨ ਜਿਹੜੇ ਸੀਗੇ ਉਹ ਦੇਣੇ ਜਿਹੜੇ ਸ਼ੁਰੂ ਕਰ ਦਿੱਤੇ। ਤਾਂ ਜਦੋਂ ਰਾਜਾ ਨੇ ਇਹ ਪਕਵਾਨ ਖਾਧੇ, ਉਹਦੀ ਸੈਨਾ ਨੇ ਪਕਵਾਨ ਖਾਧੇ, ਤਾਂ ਉਹਦਾ ਜਿਹੜਾ ਸਵਾਦ ਇੱਕ ਦਿਵਯ ਸਵਾਦ ਸੀਗਾ, ਇੱਕ ਅਲੱਗ ਤਰ੍ਹਾਂ ਦਾ ਸਵਾਦ ਸੀਗਾ, ਇੱਕ ਐਸਾ ਸਵਾਦ ਸੀ ਜਿਹੜਾ ਰਾਜੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਅੱਜ ਤੱਕ ਨਹੀਂ ਚੱਖਿਆ ਸੀ। ਤੇ ਜਿਹੜਾ ਰਾਜਾ ਵਿਸ਼ਵਾਮਿੱਤਰ ਸੀ ਉਹ ਬੜਾ ਹੈਰਾਨ ਹੋਇਆ ਕਿ ਹੇ ਵਸ਼ਿਸ਼ਟ, ਤੇਰੇ ਤਾਂ ਆਸ਼ਰਮ 'ਚ ਕੋਈ ਇੰਨੀ ਸੰਪਦਾ ਨਹੀਂ ਸੀ, ਇੰਨੀ ਸਾਧਨ ਨਹੀਂ ਸੀ, ਤੇ ਇੰਨਾ ਅੱਛਾ ਭੋਜਨ ਤੂੰ ਕਿੱਥੋਂ ਮੈਨੂੰ ਦਿੱਤਾ ਬਣਾ ਕੇ? ਮੇਰੀ ਇੱਕ ਜਿਗਿਆਸਾ ਹੈ, ਉਸ ਜਿਗਿਆਸਾ ਨੂੰ ਪੂਰਾ ਕਰੋ। ਤੇ ਰਿਸ਼ੀ ਵਸ਼ਿਸ਼ਟ ਜੀ ਨੇ ਉਹ ਫਿਰ ਰਿਸ਼ੀ ਰਾਜਾ ਵਿਸ਼ਵਾਮਿੱਤਰ ਦੀ ਜਿਹੜੀ ਇੱਛਾ ਸੀ ਪੂਰੀ ਕਰਨ ਵਾਸਤੇ ਉਹ ਉਸ ਗਾਂ ਦੇ ਕੋਲ, ਕਪਿਲਾ ਗਾਂ ਦੇ ਕੋਲ ਲੈ ਗਏ ਤੇ ਉੱਥੇ ਉਹਨਾਂ ਨੂੰ ਰਾਜੇ ਨੂੰ ਕਿਹਾ ਕਿ ਹੇ ਰਾਜਨ, ਇਹ ਉਹ ਗਾਂ ਆ ਜਿਹੜੀ ਮੇਰੀ ਤੇ ਮੇਰੇ ਆਸ਼ਰਮ ਦੀ ਪਲੱਸ ਇੱਥੇ ਆਉਣ ਵਾਲੇ ਅਤਿਥੀਆਂ ਦੀ ਸੇਵਾ ਸਤਿਕਾਰ, ਆਦਰ ਸਤਿਕਾਰ ਪਲੱਸ ਜੋ ਜਥਾ ਸੰਭਵ ਉਹਨਾਂ ਨੂੰ ਚੀਜ਼ ਚਾਹੀਦੀ ਆ ਉਹ ਪ੍ਰਦਾਨ ਕਰਦੀ ਹੈਗੀ ਹੈ। ਤੇ ਰਾਜਾ ਜਿਹੜਾ ਵਿਸ਼ਵਾਮਿੱਤਰ ਸੀ, ਹੁਣ ਰਾਜਾ ਤੁਹਾਨੂੰ ਪਤਾ ਰਾਜਾ ਹੁੰਦਾ ਹੈ, ਜਿਹੜੀ ਚੀਜ਼ ਉਹਦੇ ਦਿਮਾਗ 'ਚ ਬੈਠ ਗਈ ਉਹ ਬੈਠ ਗਈ। ਇੱਥੇ ਉਹਦੇ ਦਿਮਾਗ 'ਚ ਗੱਲ ਬੈਠੀ ਕਿ ਜੇ ਇਹ ਰਿਸ਼ੀ ਜਿਹੜਾ ਇੱਕ ਗਾਂ ਦੇ ਨਾਲ ਆਪਣੇ ਆਸ਼ਰਮ ਨੂੰ ਹਰ ਤਰ੍ਹਾਂ ਦੇ ਨਾਲ ਸਵਸਥ ਰੱਖ ਸਕਦਾ ਹੈ, ਅੱਛਾ ਭੋਜਨ ਦੇ ਸਕਦਾ ਹੈ, ਅੱਛੀ ਮੈਨੇਜਮੈਂਟ ਇੱਕ ਦੇ ਸਕਦਾ ਹੈ, ਤੇ ਇਹ ਜਿਹੜੀ ਗਾਂ ਇਸ ਮਹਾਰਿਸ਼ੀ ਦੇ ਕੋਲ ਨਹੀਂ ਬਲਕਿ ਮੇਰੇ ਰਾਜ 'ਚ ਹੋਣੀ ਚਾਹੀਦੀ ਹੈ। ਉੱਥੇ ਉਹਦਾ ਜਿਹੜਾ ਛਤਰੀਆ ਧਰਮ ਸੀ, ਛਤਰੀਆ ਉਹਦਾ ਜਿਹੜਾ ਅਹਿਮ ਸੀਗਾ, ਛਤਰੀਆ ਜਿਹੜਾ ਉਹਦਾ ਘਮੰਡ ਸੀਗਾ, ਉਹ ਜਾਗ ਗਿਆ। ਬਜਾਏ ਮਹਾਰਿਸ਼ੀ ਵਸ਼ਿਸ਼ਟ ਤੋਂ ਉਸ ਗਾਂ ਨੂੰ ਦੇਣ ਦੀ ਪ੍ਰਾਰਥਨਾ ਕਰਨ ਦੇ, ਰਾਜਾ ਨੇ ਮਹਾਰਿਸ਼ੀ ਵਸ਼ਿਸ਼ਟ ਜੀ ਨੂੰ ਹੁਕਮ ਕਰ ਦਿੱਤਾ, ਹੇ ਵਸ਼ਿਸ਼ਟ, ਇਹ ਗਾਂ ਜਿਹੜੀ ਹੈ ਬਹੁਤ ਵਧੀਆ ਹੈ, ਇਹ ਤੇਰੇ ਆਸ਼ਰਮ 'ਚ ਰਹਿਣ ਯੋਗ ਨਹੀਂ ਹੈ, ਇਹਨੂੰ ਮੇਰੇ ਮਹਿਲਾਂ 'ਚ ਭੇਜ ਦੇ। ਤੇ ਵਸ਼ਿਸ਼ਟ ਜੀ ਉਹ ਵੀ ਕਿਹੜੇ ਘੱਟ, ਉਹ ਵੀ ਇੱਕ ਮਹਾਰਿਸ਼ੀ, ਮਹਾਗਿਆਨੀ, ਮਹਾਤਾਕਤਵਰ, ਮੰਤਰਾਂ ਨੂੰ ਸਿੱਧ ਕਰਨ ਵਾਲੇ ਸੀਗੇ। ਉਹ ਵੀ ਰਾਜੇ ਦੇ ਸਾਹਮਣੇ ਅੜ ਗਏ ਕਿ ਇਹ ਜਿਹੜੀ ਗਾਂ ਆ ਕੋਈ ਮਾਮੂਲੀ ਗਾਂ ਨਹੀਂ ਹੈ ਜਿਹੜੀ ਮੈਂ ਤੈਨੂੰ ਦੇ ਦੇਵਾਂ, ਇਹ ਉਹ ਗਾਂ ਆ ਜਿਸ ਗਾਂ ਦੀ ਪ੍ਰਾਪਤੀ ਮੈਨੂੰ ਸਾਗਰ ਮੰਥਨ ਤੋਂ ਹੋਈ ਸੀ ਔਰ ਦੇਵਤਾ ਦੀ ਪਰਮਾਤਮਾ ਦੀ ਦਿੱਤੀ ਹੋਈ ਇੱਕ ਵੱਡਮੁੱਲੀ ਦਾਤ ਹੈ, ਵੀ ਜੇ ਚ ਹਿੰਮਤ ਆ ਤੂੰ ਲੈ ਜਾ ਇਹਨੂੰ। ਜਿਹੜੀ ਗਾਂ ਜਿਹੜੀ ਇੱਕ ਭੋਜਨ ਪੈਦਾ ਕਰ ਸਕਦੀ ਹੈ, ਉਹਦੇ ਵਾਸਤੇ ਸੈਨਿਕ ਪੈਦਾ ਕਰਨਾ ਵੀ ਕੋਈ ਵੱਡੀ ਗੱਲ ਨਹੀਂ। ਜਿੰਨੇ ਸੈਨਿਕ ਰਾਜਾ ਵਿਸ਼ਵਾਮਿੱਤਰ ਲੈ ਕੇ ਆਇਆ ਸੀਗਾ, ਉਸ ਤੋਂ ਵੀ ਤਕੜੇ ਔਰ ਜ਼ਿਆਦਾ ਸੈਨਿਕ ਜਿਹੜੇ ਉਸ ਗਾਂ ਦੇ ਵਿੱਚੋਂ ਨਿਕਲ ਆਏ, ਜੇ ਉਸ ਗਾਂ ਨੇ ਪੈਦਾ ਕਰ ਦਿੱਤੇ।
ਤੇ ਉਹਨਾਂ ਨੇ ਰਾਜਾ ਵਿਸ਼ਵਾਮਿੱਤਰ ਨੂੰ ਆਸ਼ਰਮ 'ਚੋਂ ਖਦੇੜ ਦਿੱਤਾ। ਇਹ ਸੀਗੀ ਉਸ ਮੰਤਰਾਂ ਦੀ ਪਾਵਰ ਜਿਹੜੀ ਕਿ ਮਹਾਰਿਸ਼ੀ ਵਸਿਸ਼ਠ ਜੀ ਦੇ ਕੋਲ ਸੀਗੀ। ਤੇ ਰਾਜਾ ਉਹਦਾ ਜਿਹੜਾ ਹੱਠ ਸੀ, ਉਹਦਾ ਜਿਹੜਾ ਅਹੰ ਸੀਗਾ, ਉਹਦੇ ਆੜੇ ਆ ਗਿਆ। ਉਹ ਕਹਿੰਦਾ ਵੀ ਇਹ ਤਾਂ ਮੇਰੀ ਬੇਇੱਜ਼ਤੀ ਹੋ ਗਈ ਹੈ। ਜਿਹੜੀ ਗਾਂ ਨੂੰ ਮੈਂ ਲੈਣਾ ਚਾਹਿਆ ਸੀ ਉਹ ਤਾਂ ਗਾਂ ਮੇਰੇ ਹੁਣ ਪਹੁੰਚਣੀ ਚਾਹੀਦੀ ਹੈ, ਜਿਸ ਤਰ੍ਹਾਂ ਮਰਜ਼ੀ ਪਹੁੰਚੇ। ਫਿਰ ਬੜੇ ਬੜੇ ਉਹਨਾਂ ਨੇ ਯੋਧਿਆਵਾਂ ਨੂੰ ਇਕੱਠਾ ਕੀਤਾ, ਰਿਸ਼ੀਆਂ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਕਿ ਫਿਰ ਰਾਜਾ ਵਿਸ਼ਵਾਮਿੱਤਰ ਨੂੰ ਸਲਾਹ ਦਿੱਤੀ ਕਿ ਇਹਨਾਂ ਦੇ ਕੋਲੋਂ ਜਿਨ੍ਹਾਂ ਨੂੰ ਤੂੰ ਇਹ ਗਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਇਹ ਮਹਾਰਿਸ਼ੀ ਜੀ ਨੇ, ਇਹਨਾਂ ਤੋਂ ਕਈ ਤਰ੍ਹਾਂ ਦੀਆਂ ਸ਼ਕਤੀਆਂ ਹੈਗੀਆਂ। ਪਰ ਰਾਜਾ ਆਪਣੇ ਹੱਠ 'ਚ ਆ ਗਿਆ ਸੀ, ਜਿਹਨੂੰ ਕਿ ਆਪਾਂ ਰਾਜ ਹੱਟ ਕਹਿ ਦਿੰਦੇ ਹਾਂ, ਕਿ ਨਹੀਂ ਵੀ ਜਿੱਦ ਉਹਨੇ ਫੜ ਲਈ ਕਿ ਇਹ ਚੀਜ਼ ਤਾਂ ਮੇਰੇ ਕੋਲ ਚਾਹੀਦੀ ਹੈ। ਤੇ ਰਿਸ਼ੀ ਮੁਨੀਆਂ ਨੇ ਫਿਰ ਉਸ ਟਾਈਮ ਰਾਜਾ ਵਿਸ਼ਵਾਮਿੱਤਰ ਨੂੰ ਕਿਹਾ ਕਿ ਤੁਸੀਂ ਆਹ ਤਪੱਸਿਆ ਕਰੋ, ਬ੍ਰਹਮ ਪਦ ਪ੍ਰਾਪਤ ਕਰੋ, ਤਾਂ ਕਿ ਉਹ ਬ੍ਰਹਮ ਪਦ ਪ੍ਰਾਪਤ ਕਰਨਾ, ਬ੍ਰਹਮ ਰਿਸ਼ੀ ਪਦ ਪ੍ਰਾਪਤ ਕਰਨਾ, ਤੁਹਾਡੀਆਂ ਸ਼ਕਤੀਆਂ ਤੇ ਵਸਿਸ਼ਠ ਦੀਆਂ ਸ਼ਕਤੀਆਂ ਇੱਕੋ ਜਿਹੀਆਂ ਹੋ ਜਾਣ। ਜਦੋਂ ਤੁਸੀਂ ਬਰਾਬਰ ਦੇ ਹੋ ਜਾਓਗੇ ਤਾਂ ਉਦੋਂ ਤੁਸੀਂ ਕਪਲਾ ਗਾਂ ਨੂੰ ਲੈਣ ਦੇ ਯੋਗਿਆ ਬਣ ਜਾਓਗੇ। ਹੁਣ ਇੱਥੇ ਕੀ ਚੀਜ਼ ਆੜੇ ਆਈ ਕਿ ਇੱਕ ਰਾਜਾ ਜਿਹੜਾ ਕਿ ਘਮੰਡੀ ਹੈ, ਜਿਸ ਨੂੰ ਆਪਣੇ ਬਾਹੂਬਲ ਤੇ ਮਾਣ ਹੈ, ਦੂਸਰੇ ਪਾਸੇ ਇੱਕ ਮਹਾਰਿਸ਼ੀ ਹੈ ਜਿਸ ਨੂੰ ਆਪਣੇ ਸ਼ਾਸਤਰਾਂ ਤੇ ਮਾਣ ਹੈ, ਜਿਸ ਨੂੰ ਆਪਣੇ ਮੰਤਰਾਂ ਤੇ ਮਾਣ ਹੈ, ਜਿਸ ਨੂੰ ਉਸ ਦੇਵਤਾਵਾਂ ਦੇ ਉੱਤੇ ਮਾਣ ਹੈ। ਉਹਨਾਂ ਦੋਨਾਂ ਦਾ ਟਕਰਾਅ ਹੋ ਗਿਆ ਔਰ ਉਸੇ ਟਕਰਾਅ ਦੇ ਵਿੱਚ ਰਾਜਾ ਇੰਦਰ ਨੂੰ ਆਉਣਾ ਪਿਆ। ਉਹ ਕਿਵੇਂ? ਹੁਣ ਜਿਹੜੀ ਤਪੱਸਿਆ ਰਾਜਾ ਵਿਸ਼ਵਾਮਿੱਤਰ ਕਰਨ ਲੱਗ ਪਿਆ ਤੇ ਇੰਦਰ ਜੀ ਨੇ ਕਿਹਾ ਕਿ ਜੇਕਰ ਇਹ ਰਾਜਾ ਇਹ 'ਚ ਸਫਲ ਹੋ ਗਿਆ ਤੇ ਗਾਂ ਨੂੰ ਲੈਣ ਨੂੰ, ਇਹਨੇ ਪ੍ਰਾਪਤ ਕਰਨ ਨੂੰ ਕੋਈ ਕਮੀ ਨਹੀਂ ਛੱਡਣੀ ਤੇ ਇਹਨੇ ਗਾਂ ਖੋ ਕੇ ਲੈ ਜਾਣੀ ਹੈ। ਵੀ ਇਹਨੂੰ ਕਿਉਂ ਨਾ ਆਪਾਂ ਰੋਕੀਏ। ਤੇ ਰਾਜਾ ਇੰਦਰ ਜਿਹੜਾ ਕਿ ਦੇਵਤਾਵਾਂ ਦਾ ਰਾਜਾ ਸੀ, ਉਹਨੇ ਕਈ ਤਰ੍ਹਾਂ ਦੇ ਛੜਯੰਤਰ ਕੀਤੇ ਤਾਂ ਕਿ ਵਿਸ਼ਵਾਮਿੱਤਰ ਉਸ ਬ੍ਰਹਮ ਰਿਸ਼ੀ ਪਦ ਨੂੰ ਪ੍ਰਾਪਤ ਨਾ ਕਰ ਸਕੇ। ਇਹ ਉਹ ਡਿਸਕ੍ਰਿਮੀਨੇਸ਼ਨ ਸੀਗੀ ਜਿਹੜੀ ਕਿ ਉਸ ਸਮੇਂ ਰੱਖੀ ਜਾਂਦੀ ਸੀਗੀ। ਇਹ ਡਿਸਕ੍ਰਿਮੀਨੇਸ਼ਨ ਅੱਜ ਨਹੀਂ ਸਟਾਰਟ ਹੋਈ। ਡਿਸਕ੍ਰਿਮੀਨੇਸ਼ਨ ਇਸ ਕਰਕੇ ਮੈਂ ਕਹਾਂਗਾ, ਇਸ ਤਰ੍ਹਾਂ ਦੀ ਐਗਜ਼ਾਮਪਲ ਆਪਾਂ ਨੂੰ ਮਹਾਭਾਰਤ 'ਚ ਵੀ ਮਿਲਦੀ ਹੈ, ਉਹ ਮੈਂ ਅੱਗੇ ਤੁਹਾਨੂੰ ਦੱਸਾਂਗਾ ਵੀ ਕਿਸ ਤਰ੍ਹਾਂ ਡਿਸਕ੍ਰਿਮੀਨੇਸ਼ਨ ਜਾਂ ਸਮਝ ਲਓ ਇੱਕ ਜਾਤੀਵਾਦ ਜਾਂ ਫਿਰ ਇੱਕ ਕ੍ਰੀਡ ਕਲਚਰ, ਇਹਦੇ 'ਤੇ ਆਪਾਂ ਗੱਲ ਕਰਾਂਗੇ ਆਪਾਂ ਆਉਣ ਵਾਲੇ ਐਪੀਸੋਡ ਦੇ ਵਿੱਚ। ਇਸੇ ਤਰ੍ਹਾਂ ਰਾਜਾ ਇੰਦਰ ਨੇ ਜਿਹੜੀ ਇੱਕ ਡਿਸਕ੍ਰਿਮੀਨੇਸ਼ਨ ਕੀਤੀ ਕਿ ਇੱਕ ਰਾਜਾ ਜਿਹੜਾ ਛਤਰੀ ਹੈ ਉਹ ਬ੍ਰਾਹਮਣ ਪਦ ਜਾਂ ਬ੍ਰਾਹਮਣ ਦਾ ਕੰਮ ਕਿਵੇਂ ਕਰ ਲਏਗਾ। ਉਹ ਨਾਲ ਉਹ ਬ੍ਰਾਹਮਣ ਨਹੀਂ ਬਣ ਸਕਦਾ। ਪਰ ਸਾਡੇ ਇਤਿਹਾਸ ਦੇ ਵਿੱਚ ਐਸੀਆਂ ਕਈ ਚੀਜ਼ਾਂ ਮਿਲਦੀਆਂ ਜਦੋਂ ਕਿ ਆਪਾਂ ਦੇਖਦੇ ਹਾਂ ਕਿ ਇੱਕ ਬ੍ਰਾਹਮਣ ਜਿਹੜਾ ਛਤਰੀਆ ਵੀ ਬਣਿਆ, ਜਿਵੇਂ ਕਿ ਪਰਸ਼ੂਰਾਮ ਜੀ। ਪਰਸ਼ੂਰਾਮ ਜੀ ਜਮਦਾਗਨੀ ਦੇ ਪੁੱਤਰ ਸੀ। ਜਮਦਾਗਨੀ ਸਪਤ ਰਿਸ਼ੀਆਂ ਦੇ ਵਿੱਚੋਂ ਇੱਕ ਰਿਸ਼ੀ ਸੀਗੇ ਔਰ ਇੱਕ ਬ੍ਰਾਹਮਣ ਹੁੰਦੇ ਸੁਣਦੇ ਵੀ ਉਹਨਾਂ ਨੇ ਆਪਣਾ ਜਿਹੜਾ ਕਰਮ ਹੈ ਇੱਕ ਛਤਰੀਆ ਦੇ ਰੂਪ ਦੇ ਵਿੱਚ ਕੀਤਾ। ਇਸੇ ਤਰ੍ਹਾਂ ਜਿਹੜਾ ਰਾਜਾ ਵਿਸ਼ਵਾਮਿੱਤਰ ਸੀ ਉਹ ਇੱਕ ਛਤਰੀਆ ਸੀ, ਪਰ ਛਤਰੀਆ ਹੁੰਦੇ ਸੁਣਦੇ ਬ੍ਰਹਮ ਪਦ ਪ੍ਰਾਪਤ ਕਰਨ ਲਈ ਉਹਨੇ ਤਪੱਸਿਆਵਾਂ ਕੀਤੀਆਂ ਤੇ ਇੱਕ ਬ੍ਰਹਮ ਪਦ ਪ੍ਰਾਪਤ ਕੀਤਾ। ਬ੍ਰਹਮ ਪਦ ਯਾਨੀ ਕਿ ਬ੍ਰਹਮ ਰਿਸ਼ੀ ਦੀ ਉਪਾਧੀ ਉਹਨੇ ਪ੍ਰਾਪਤ ਕੀਤੀ। ਇਹ ਉਵੇਂ ਹੀ ਇੱਕ ਡਿਗਰੀਆਂ ਹੁੰਦੀਆਂ ਸੀ ਜਿਵੇਂ ਕਿ ਅੱਜ ਦੀ ਡੇਟ 'ਚ ਆਪਾਂ ਡਿਗਰੀਆਂ ਲੈਂਦੇ ਹਾਂ। ਜਿਵੇਂ ਕਿ ਆਪਾਂ ਕਿਸੇ ਨੂੰ ਕਹਿ ਲਈਏ ਕਿ ਉਹਨੇ 10ਵੀਂ ਜਮਾਤ ਕਰ ਲਈ, ਉਹਨੇ 12ਵੀਂ ਕਰ ਲਈ, ਉਹਨੇ BA ਕਰ ਲਈ, ਉਹਨੇ MA ਕਰ ਲਈ, ਉਹਨੇ PhD ਕਰ ਲਈ। ਇਸ ਤਰ੍ਹਾਂ ਹੀ ਉਦੋਂ ਡਿਗਰੀਆਂ ਹੁੰਦੀਆਂ ਸੀਗੀਆਂ ਇਹ, ਜਿਹੜੀ ਕਿ ਸਾਧਨਾ ਦੇ ਵਿੱਚ, ਤੰਤਰ ਦੇ ਵਿੱਚ, ਵਿਗਿਆਨ ਦੇ ਵਿੱਚ, ਸਾਹਿਤਿਆ ਦੇ ਵਿੱਚ ਪ੍ਰਾਪਤ ਸਾਨੂੰ ਹੁੰਦੀਆਂ ਸੀਗੀਆਂ। ਤੇ ਬ੍ਰਹਮ ਰਿਸ਼ੀ ਦਾ ਜਿਹੜਾ ਪਦ ਹੈਗਾ ਇੱਕ ਟੌਪ ਆਫ ਦਾ ਨੌਲੇਜਿਸਟ, ਜਿਹਨੂੰ ਕਿ ਸਾਰੀ ਦੀ ਸਾਰੀ ਜਾਣਕਾਰੀ ਬਰੀਕੀ ਦੇ ਨਾਲ ਸਮਝ ਹੁੰਦੀ ਸੀ, ਉਹਨੂੰ ਆਪਾਂ ਬ੍ਰਹਮ ਰਿਸ਼ੀ ਨੂੰ ਕਹਿੰਦੇ ਸੀਗੇ। ਬ੍ਰਹਮ ਰਿਸ਼ੀ ਜਾਣੀ ਕਿ ਜਿਹਨੂੰ ਪੂਰੇ ਬ੍ਰਹਮੰਡ ਦਾ ਗਿਆਨ ਹੋਵੇ। ਇਸੇ ਤਰ੍ਹਾਂ ਹੀ ਉਹ ਪਦਵੀ ਪ੍ਰਾਪਤ ਕਰਨ ਵਾਸਤੇ ਜਦੋਂ ਰਾਜਾ ਵਿਸ਼ਵਾਮਿੱਤਰ ਨੇ ਕੋਸ਼ਿਸ਼ਾਂ ਕਰਨੀਆਂ ਸ਼ੁਰੂ ਕੀਤੀਆਂ ਤੇ ਰਾਜਾ ਇੰਦਰ ਨੇ ਉਵੇਂ ਹੀ ਆਪਣੇ ਛੜਯੰਤਰ ਕਰਨੇ ਸ਼ੁਰੂ ਕਰ ਦਿੱਤੇ ਕਿ ਇਹਨੂੰ ਇਹ ਬ੍ਰਹਮ ਰਿਸ਼ੀ ਜਿਹੜੀ ਪਦਵੀ ਨਾ ਮਿਲੇ। ਪਰ ਜਿੱਦਾਂ ਇਨਸਾਨ ਜਿਹੜਾ ਕਹਿੰਦੇ ਨਾ ਕਿ ਉਹਦੀ ਉਮਰ ਵੱਧਦੀ ਹੈ ਜਾਂ ਐਕਸਪੀਰੀਅੰਸ ਵੱਧਦਾ ਹੈ, ਉਵੇਂ ਉਵੇਂ ਉਹਨੂੰ ਆਪਣੇ ਆਪ 'ਤੇ ਜਿਹੜਾ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਜਦ ਤੱਕ ਰਾਜਾ ਵਿਸ਼ਵਾਮਿੱਤਰ ਨੇ ਬ੍ਰਹਮ ਰਿਸ਼ੀ ਪਦ ਪ੍ਰਾਪਤ ਕੀਤਾ, ਉਹਨਾਂ ਨੇ ਆਪਣੇ ਗੁੱਸੇ 'ਤੇ ਵੀ ਕਾਬੂ ਪਾ ਲਿਆ ਸੀ, ਆਪਣੇ ਅਹਮ 'ਤੇ ਵੀ ਉਹਨਾਂ ਨੇ ਕਾਬੂ ਪਾ ਲਿਆ ਸੀ, ਆਪਣਾ ਜਿਹੜਾ ਇੱਕ ਉਹਦਾ ਹੱਠ ਸੀਗਾ ਉਸ ਹੱਠ 'ਤੇ ਵੀ ਉਹਨਾਂ ਨੇ ਕਾਬੂ ਪਾ ਲਿਆ ਸੀ। ਜਦੋਂ ਉਹਨਾਂ ਨੇ ਉਸ ਹੱਠ 'ਤੇ ਕਾਬੂ ਪਾ ਲਿਆ ਤੇ ਉਦੋਂ ਫਿਰ ਉਹਨਾਂ ਨੂੰ ਉਹ ਬ੍ਰਹਮ ਰਿਸ਼ੀ ਦੀ ਜਿਹੜੀ ਪਦਵੀ ਪ੍ਰਾਪਤ ਹੋਈ। ਜਦੋਂ ਉਹਨਾਂ ਨੂੰ ਇਹ ਗਿਆਨ ਮਿਲ ਗਿਆ
ਕਿ ਇਹ ਸਾਰੀਆਂ ਚੀਜ਼ਾਂ ਤਾਂ ਨਸ਼ਵਰ ਹੈ, ਹਰ ਇੱਕ ਚੀਜ਼ ਨੇ ਜਿਹੜਾ ਖਤਮ ਹੋਣਾ ਹੈ। ਸਾਨੂੰ ਆਪਣੇ ਆਪ ਵਾਸਤੇ ਨਹੀਂ ਬਲਕਿ ਤੈ ਦੁਨੀਆ ਵਾਸਤੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹੈ। ਤੇ ਉਦੋਂ ਉਹਨਾਂ ਦੀ ਜਿਹੜੀ ਲੜਾਈ ਸੀ ਉਹ ਸਮਾਪਤ ਹੋ ਗਈ। ਫਿਰ ਇਹਦੇ ਵਿੱਚ ਹੀ ਰਿਸ਼ੀ ਵਿਸ਼ਵਾਮਿੱਤਰ ਜੀ ਦੀ ਇੱਕ ਜਿਹੜੀ ਹੁਣ ਤੁਹਾਨੂੰ ਮੈਂ ਉਦਾਹਰਨ ਦਿੱਤੀ ਹੈਗੀ ਹੈ, ਇਹਦੇ ਨਾਲ ਹੀ ਮੈਂ ਇੱਕ ਉਦਾਹਰਨ ਹੋਰ ਜੋੜਨੀ ਚਾਹਾਂਗਾ ਕਿ ਜਦੋਂ ਰਾਜਾ ਵਿਸ਼ਵਾਮਿੱਤਰ ਨੂੰ ਬ੍ਰਹਮ ਰਿਸ਼ੀ ਪਦ ਪ੍ਰਾਪਤ ਹੋ ਗਿਆ, ਯਾਨੀ ਕੋਈ ਇੱਕ ਰਾਜ ਰਿਸ਼ੀ ਤੋਂ ਰਾਜ ਮਹਾਰਾਜ ਤੋਂ ਇੱਕ ਉਹ ਰਿਸ਼ੀ ਬਣ ਗਏ, ਰਾਜ ਰਿਸ਼ੀ ਬਣ ਗਏ ਜਾਂ ਬ੍ਰਹਮ ਰਿਸ਼ੀ ਬਣ ਗਏ। ਉਸ ਤੋਂ ਬਾਅਦ 'ਚੋਂ ਇੱਕ ਰਾਜਾ ਜਿਹਦਾ ਕਿ ਨਾਮ ਅਰਿਸ਼ਟਨੇਮੀ ਸੀ। ਅਰਿਸ਼ਟਨੇਮੀ ਇਸ਼ਵਾਕੂ ਦੇ ਵੰਸ਼ਜ ਦੇ ਵਿੱਚੋਂ ਇੱਕ ਰਾਜਾ ਸਮੇਂ ਦੇ ਵਿੱਚ ਹੋਇਆ ਹੈ। ਇਸ਼ਵਾਕੂ ਜਿਨ੍ਹਾਂ ਦੇ ਅੱਗੇ ਵੰਸ਼ ਦੇ ਵਿੱਚ ਰਘੂ ਜੀ ਪੈਦਾ ਹੋਏ ਨੇ, ਔਰ ਰਘੂ ਕੁਲ ਦੇ ਵਿੱਚੋਂ ਸ਼੍ਰੀ ਰਾਮ ਜੀ ਪੈਦਾ ਹੋਏ ਨੇ, ਔਰ ਰਾਮ ਜੀ ਦਾ ਜੀਵਨ ਆਪਾਂ ਬੜੇ ਸਾਰੇ ਵਿਸਤਾਰ ਨਾਲ ਜਾਣਦੇ ਹਾਂ। ਉਸੇ ਕੁਲ ਦੇ ਵਿੱਚੋਂ ਜਿਨ੍ਹਾਂ ਦੇ ਆਪਾਂ ਕਹਿ ਲਈਏ ਦਾਦੇ ਪੜਦਾਦੇ ਲੱਕੜ ਦਾਦੇ ਜਿਹੜੇ ਸੀਗੇ, ਉਹਨਾਂ ਦਾ ਨਾਮ ਜਿਹੜਾ ਸੀਗਾ ਜਿੱਥੋਂ ਕਿ ਇਹ ਵੰਸ਼ ਸ਼ੁਰੂ ਹੋਇਆ ਸੀ ਉਹਨੂੰ ਆਪਾਂ ਇਸ਼ਵਾਕੂ ਕਿਹਾ ਜਾਂਦਾ ਸੀ। ਇਸ਼ਵਾਕੂ ਰਾਜਾ ਹੋਏ ਸੀ ਜਿਨ੍ਹਾਂ ਨੇ ਕਿ ਇੱਕ ਭਾਰਤ ਵਰਸ਼ ਦੇ ਵਿੱਚ ਆਰਿਆ ਸੰਸਕ੍ਰਿਤੀ ਨੂੰ ਸਥਾਪਿਤ ਕੀਤਾ ਸੀਗਾ। ਉਹਨਾਂ ਦੇ ਪਰਿਵਾਰ ਨੂੰ ਜਾਂ ਉਹਨਾਂ ਦੇ ਵੰਸ਼ਜ ਨੂੰ ਜਾਂ ਉਹਨਾਂ ਦੇ ਅੰਸ਼ ਨੂੰ ਲੈ ਕੇ ਜਿਹੜੇ ਅੱਗੇ ਜਿਹੜੇ ਚੱਲੇ ਉਹਨਾਂ ਨੂੰ ਇਸ਼ਵਾਕੂ ਵੰਸ਼ਜ ਕਿਹਾ ਜਾਂਦਾ ਸੀ। ਉਸੇ ਇਸ਼ਵਾਕੂ ਵੰਸ਼ ਦੇ ਵਿੱਚੋਂ ਰਾਜਾ ਅਰਿਸ਼ਟਨੇਮੀ ਹੋਏ ਸੀਗੇ। ਰਾਜਾ ਅਰਿਸ਼ਟਨੇਮੀ ਜਿਹੜੇ ਸੀਗੇ ਹੁਣ ਉਹਨਾਂ ਨੇ ਜਿੱਦ ਪਕੜ ਲਈ। ਜਿੱਦ ਯਾਨੀ ਕਿ ਇੱਛਾ ਜ਼ਾਹਰ ਕਰ ਦਿੱਤੀ ਆਪਣੀ। ਉਹਨਾਂ ਨੇ ਇੰਨੇ ਕੁ ਚੰਗੇ ਕੰਮ ਕੀਤੇ ਹੋਏ ਸੀਗੇ ਤੇ ਜਦੋਂ ਉਹਨਾਂ ਦਾ ਮ੍ਰਿਤੂ ਸਮੇਂ ਨੇੜੇ ਆਇਆ ਤੇ ਰਾਜਾ ਅਰਿਸ਼ਟਨੇਮੀ ਨੇ ਜਿੱਦ ਕੀ ਫੜ ਲਈ। ਇੱਥੇ ਵੀ ਉਹੀ ਰਾਜਹੱਟ ਆ ਗਿਆ। ਜਿਵੇਂ ਜਿਹੜਾ ਰਾਜਹੱਟ ਰਾਜਾ ਵਿਸ਼ਵਾਮਿੱਤਰ 'ਚ ਆਇਆ ਸੀਗਾ ਕਿ ਹਾਂ ਵੀ ਮੈਂ ਵੀ ਬ੍ਰਹਮ ਪਦ ਪ੍ਰਾਪਤ ਕਰਨਾ ਹੈ, ਇਵੇਂ ਇੱਥੇ ਰਾਜਹੱਟ ਉਹਨਾਂ ਦੇ ਅਰਿਸ਼ਟਨੇਮੀ ਰਾਜਾ ਦੇ ਮਨ ਦੇ ਵਿੱਚ ਆ ਗਿਆ ਕਿ ਜਿਹੜੇ ਮੇਰੇ ਚੰਗੇ ਕਰਮਾਂ ਦਾ ਫਲ ਮੈਨੂੰ ਮਿਲਣਾ ਹੈ, ਮੇਰੀ ਆਤਮਾ ਨੂੰ ਮਿਲਣਾ ਹੈ ਜਾਂ ਮੈਨੂੰ ਸਵਰਗ ਮੈਨੂੰ ਮਿਲਣਾ ਹੈਗਾ, ਸਵਰਗ ਦੀ ਮੈਨੂੰ ਪ੍ਰਾਪਤੀ ਹੋਣੀ ਹੈ, ਉਹ ਸਵਰਗ ਦਾ ਇੰਜੋਏ ਕਰਨ ਲਈ ਮੇਰੀ ਆਤਮਾ ਹੀ ਕਿਉਂ, ਉਹ ਆਤਮਾ ਜਿਹੜੀ ਮੇਰੇ 'ਚੋਂ ਨਿਕਲ ਜਾਣੀ ਹੈ, ਇਹ ਜਿਹੜਾ ਕਰਮ ਹੋਏ ਆ ਇਹ ਮੇਰੇ ਸਰੀਰ ਨੇ ਕੀਤੇ ਆ, ਮੇਰੀ ਆਤਮਾ ਨੇ ਨਹੀਂ ਕਰਮ ਕੀਤੇ। ਦੇਖੋ ਬੜਾ ਇੱਕ ਵੱਡਾ ਇੱਕ ਕੁਐਸਚਨ ਹੈ ਇੱਥੇ ਕਿ ਜਿਹੜਾ ਵੀ ਕਰਮ ਮੇਰੇ ਦੁਆਰਾ ਹੋਇਆ ਉਹਦੇ ਵਿੱਚ ਕਰਤਾ ਜਾਂ ਕਾਰਕ ਜਿਹੜਾ ਹੈ ਮੇਰਾ ਸਰੀਰ ਬਣਿਆ। ਜੇ ਮੇਰੇ ਕਰਮ ਇੰਨੇ ਚੰਗੇ ਸੀ ਜਿਹਦੇ ਵਾਸਤੇ ਮੈਨੂੰ ਇੱਕ ਸਵਰਗ ਪਦ ਦੀ ਪ੍ਰਾਪਤੀ ਹੋਣੀ ਹੈ ਜਾਂ ਸਵਰਗ ਦੇ ਵਿੱਚ ਮੈਨੂੰ ਜਗ੍ਹਾ ਮਿਲਣੀ ਹੈ ਤੇ ਇਹ ਜਗ੍ਹਾ ਮੇਰੇ ਸਰੀਰ ਨੂੰ ਕਿਉਂ ਨਹੀਂ। ਇੱਥੇ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਜਿਹੜੀ ਕਰ ਦਿੱਤੀ ਇੱਕ ਰਾਜੇ ਨੇ, ਰਾਜਾ ਅਰਿਸ਼ਟਨੇਮੀ ਜੀ ਨੇ। ਜਦੋਂ ਰਾਜੇ ਦੀ ਜਿਹੜੀ ਹੱਠ ਸੀਗੀ, ਉਹਦੀ ਜਿਹੜੀ ਜਿੱਦ ਸੀਗੀ, ਉਹ ਬੜੇ ਬੜੇ ਰਿਸ਼ੀਆਂ ਮਹਾਰਿਸ਼ੀਆਂ ਦੇ ਕੋਲ ਗਏ ਪਰ ਕਿਸੇ ਨੂੰ ਵੀ ਇੰਨੀ ਤਾਕਤ ਨਹੀਂ ਸੀ ਕਿ ਉਹਨਾਂ ਨੂੰ ਸਰੀਰ ਸਵਰਗ ਦੇ ਵਿੱਚ ਗਮਨ ਕਰਵਾ ਸਕਣ। ਗਮਨ ਯਾਨੀ ਕਿ ਉਹਨਾਂ ਦੇ ਸਰੀਰ ਦੇ ਨਾਲ ਹੀ ਉਹਨਾਂ ਨੂੰ ਸਵਰਗ ਦਾ ਰਸਤਾ ਦੇ ਸਕਣ ਜਾਂ ਉਹਦੇ 'ਚ ਪਹੁੰਚਾ ਸਕਣ ਉਹ। ਫਿਰ ਉਹ ਕਰਦੇ ਕਰਾਂਦੇ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਜੀ ਦੇ ਕੋਲ ਆਏ ਤੇ ਬ੍ਰਹਮ ਰਿਸ਼ੀ ਵਿਸ਼ਵਾਮਿੱਤਰ ਜੀ ਨੂੰ ਜਿਹੜਾ ਤਰਕ ਰਾਜਾ ਅਰਿਸ਼ਟਨੇਮੀ ਨੇ ਦਿੱਤਾ ਸੀ ਕਿ ਜੇਕਰ ਮੇਰੀ ਆਤਮਾ ਨੇ ਚੰਗੇ ਕਰਮ ਕੀਤੇ ਆ, ਉਹਦਾ ਚੰਗਾ ਫਲ ਮੈਨੂੰ ਮਿਲਣਾ ਹੈ ਤਾਂ ਉਹਦਾ ਜਿਹੜਾ ਕਾਰਕ ਮੇਰਾ ਸਰੀਰ ਹੈ ਉਹ ਸਰੀਰ ਨੂੰ ਇਹਦਾ ਭਾਗ ਕਿਉਂ ਨਹੀਂ। ਤੇ ਮਹਾਰਿਸ਼ੀ ਵਿਸ਼ਵਾਮਿੱਤਰ ਨੇ ਉਹਨਾਂ ਦੀ ਗੱਲ ਦਾ ਮਾਨ ਰੱਖਦੇ ਹੋਏ ਰਾਜਾ ਇੰਦਰ ਨੂੰ ਜਾ ਕੇ ਬੇਨਤੀ ਕੀਤੀ ਉੱਥੇ ਕਿ ਹੇ ਇੰਦਰ, ਇਹਨਾਂ ਦਾ ਜਿਹੜਾ ਤਰਕ ਹੈ, ਰਾਜਾ ਅਰਿਸ਼ਟਨੇਮੀ ਦਾ ਜਿਹੜਾ ਤਰਕ ਹੈ ਇਹ ਬੜਾ ਯਥਾ ਸੰਭਵ ਹੈ ਵੀ ਵਾਕਈ ਜਿਹਨੇ ਬੰਦੇ ਨੇ ਚੰਗੇ ਕਰਮ ਕੀਤੇ ਆ ਤੇ ਇਹਨੂੰ ਸਰੀਰ ਇਸ ਸਵਰਗ ਦੇ ਵਿੱਚ ਆਉਣ ਦੀ ਆਗਿਆ ਜਿਹੜੀ ਦਿੱਤੀ ਜਾਵੇ। ਪਰ ਇੰਦਰ ਕਿਉਂਕਿ ਹਰ ਇੱਕ ਜਗ੍ਹਾ ਦਾ ਇੱਕ ਵਿਧਾਨ ਆ, ਇੱਕ ਕਾਨੂੰਨ ਹੈ, ਹਰ ਇੱਕ ਨੂੰ ਉਸ ਕਾਨੂੰਨ ਦੇ ਤਹਿਤ ਹੀ ਚੱਲਣਾ ਪੈਂਦਾ ਹੈ ਤੇ ਇੰਦਰ ਨੇ ਉਸ ਚੀਜ਼ ਨੂੰ ਮਨਾ ਕਰ ਦਿੱਤਾ। ਜਦੋਂ ਮਨਾ ਕਰ ਦਿੱਤਾ ਇਹ ਚੀਜ਼ ਨੂੰ ਕਿ ਵੀ ਮੈਂ ਸਵਰਗ ਦੇ ਵਿੱਚ ਉਸ ਰਾਜਾ ਅਰਿਸ਼ਟਨੇਮੀ ਦਾ ਆਗਮਨ ਜਿਹੜਾ ਨਹੀਂ ਹੋਣ ਦੇਣਾ ਸਰੀਰ, ਤੇ ਉਸ ਸਮੇਂ ਰਿਸ਼ੀ ਵਿਸ਼ਵਾਮਿੱਤਰ ਜੀ ਨੇ, ਮਹਾਰਿਸ਼ੀ ਵਿਸ਼ਵਾਮਿੱਤਰ ਜੀ ਨੇ ਰਾਜਾ ਅਰਿਸ਼ਟਨੇਮੀ ਲਈ ਇੱਕ ਅਲੱਗ ਸਵਰਗ ਦੀ ਇਜਾਦ ਕਰ ਦਿੱਤੀ, ਇਨਵੈਂਟ ਕਰ ਦਿੱਤਾ, ਇੱਕ ਅਲੱਗ ਸਵਰਗ ਹੀ ਬਣਾਤਾ ਕਿ ਠੀਕ ਹੈ ਇੰਦਰ ਤੂੰ ਰਹਿ ਰਾਜੀ ਆਪਣੇ ਸਵਰਗ ਦੇ ਵਿੱਚ, ਪਰ ਰਾਜਾ ਅਰਿਸ਼ਟਨੇਮੀ ਲਈ ਤੇਰੇ ਵੀ ਸਵਰਗ ਤੋਂ ਸੋਹਣਾ ਮੈਂ ਇੱਕ ਹੋਰ ਹੀ ਸਵਰਗ ਬਣਾ ਦਿੰਦਾ ਹੈ। ਅੱਛਾ ਜੀ। ਔਰ ਆਪਣੀ ਸ਼ਕਤੀ ਦੇ ਨਾਲ ਇੱਥੇ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਨੇ ਰਾਜਾ ਅਰਿਸ਼ਟਨੇਮੀ ਲਈ
ਉਹ ਇੱਕ ਸਵਰਗ ਦਾ ਜਿਹੜਾ ਨਿਰਮਾਣ ਕਰ ਦਿੱਤਾ ਸੀ। ਯਾਨੀ ਕਿ ਜਿਹੜੀ ਇੱਛਾ ਉਸ ਸਮੇਂ ਰਾਜਾ ਅਰਿਸ਼ਟਨੇਮੀ ਨੇ ਕੀਤੀ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਦੇ ਕੋਲ, ਮਹਾਰਿਸ਼ੀ ਵਿਸ਼ਵਾਮਿੱਤਰ ਨੇ ਜਿਹੜੀ ਆਪਣੀ ਇੱਛਾ ਕੀਤੀ ਮਹਾਰਿਸ਼ੀ ਬਣਨ ਦੀ ਭਰਦਵਾਜ ਜੀ ਦੇ ਕੋਲ, ਔਰ ਇਹ ਜਿਹੜੀਆਂ ਇੱਛਾਵਾਂ ਜਿਹੜੀਆਂ ਪੂਰੀਆਂ ਕੀਤੀਆਂ ਇੱਛਾ ਪੂਰਤਿਕ ਵਾਲਮੀਕੀ ਦਿਆਵਾਨ ਜੀ ਨੇ। ਇਹ ਸਤਯੁਗ ਦੀਆਂ 2 ਇੱਛਾਵਾਂ ਹੈ ਜਿਹਦੇ ਵਿੱਚ ਕਿ ਸਾਨੂੰ ਐਗਜ਼ਾਮਪਲ ਮਿਲਦੀ ਹੈ ਪਰਮ ਪਿਤਾ ਪਰਮਾਤਮਾ ਦੀ ਇੱਛਾ ਪੂਰਤਿਕ ਦੀ, ਯਾਨੀ ਕਿ ਇੱਛਾਵਾਂ ਪੂਰੀ ਕਰਨ ਵਾਲੇ ਦੀ। ਵੀ ਮਿਹਨਤ ਨਾਲ ਕਿਵੇਂ ਉਹਨਾਂ ਲੋਕਾਂ ਨੇ ਆਪਣੀਆਂ ਜਿਹੜੀਆਂ ਇੱਛਾਵਾਂ ਪੂਰੀਆਂ ਕੀਤੀਆਂ ਤੇ ਉਹਨਾਂ ਦੇ ਵਿੱਚ ਪੂਰਾ ਕਰਦੇ ਹੋਏ ਆਪਣੇ ਆਪ ਨੂੰ ਹਿਊਮਨ ਕਾਈਂਡ ਲਈ, ਮੈਨ ਕਾਈਂਡ ਲਈ ਕਿਵੇਂ ਆਪਾਂ ਬੈਟਰਮੈਂਟ ਆਪਾਂ ਕੀਤੀਆਂ ਨਾਲ। ਇਹ ਰਾਜਾ ਅਰਿਸ਼ਟਨੇਮੀ ਦੀ, ਮਹਾਰਿਸ਼ੀ ਵਿਸ਼ਵਾਮਿੱਤਰ ਦੀ, ਮਹਾਰਿਸ਼ੀ ਕਸ਼ਯਪ ਜੀ ਦੀ ਔਰ ਮਹਾਰਿਸ਼ੀ ਭਰਦਵਾਜ ਜੀ ਦੀ ਇੱਕ ਵਧੀਆ ਐਗਜ਼ਾਮਪਲ ਹੈ ਜਿਹੜੀ ਸਾਨੂੰ ਸਤਯੁਗ ਦੇ ਵਿੱਚ ਹੀ ਮਿਲਦੀ ਹੈ। ਇਸੇ ਤਰ੍ਹਾਂ ਜਿਹੜੀ ਇੱਕ ਐਗਜ਼ਾਮਪਲ ਹੈਗੀ ਹੈ ਸਾਨੂੰ, ਇਹ ਐਗਜ਼ਾਮਪਲ ਦੁਆਪਰ ਯੁੱਗ ਦੇ ਵਿੱਚ ਮਿਲਦੀ ਹੈਗੀ ਹੈ। ਇੱਛਾ ਪੂਰਤਿਕ ਦੁਆਪਰ ਯੁੱਗ ਦੇ ਵਿੱਚ ਕਿਹੜੀ ਹੈ ਐਗਜ਼ਾਮਪਲ? ਉਹ ਹੈ ਏਕਲਵਯ ਦੀ, ਜਿਹਦੀ ਗੱਲ ਆਪਾਂ ਅੱਗੇ ਕਰਾਂਗੇ, ਕਿਉਂਕਿ ਦੁਆਪਰ ਯੁੱਗ ਜਿਹੜਾ ਉਹ ਤੀਸਰੀ ਵਾਰੀ ਆਇਆ ਸੀ, ਦੂਸਰੀ ਵਾਰੀ ਨਹੀਂ ਆਇਆ। ਕਿਉਂਕਿ ਪਰਮ ਪਿਤਾ ਪਰਮਾਤਮਾ ਨੇ ਅਹਲਿਆ ਦੀ ਜਾਨ ਨੂੰ ਬਖਸ਼ਣ ਲਈ ਜਾਂ ਅਹਲਿਆ ਤੇ ਲੱਗੇ ਹੋਏ ਸ਼ਰਾਪ ਨੂੰ ਬਖਸ਼ਣ ਲਈ ਯੁੱਗ ਜਿਹੜੇ ਪਲਟ ਦਿੱਤੇ ਸੀ। ਦੁਆਪਰ ਜਿਹੜਾ ਪਹਿਲਾਂ ਆਣਾ ਸੀ ਉਹਨੂੰ ਬਾਅਦ ਚੋਂ ਲੈ ਆਂਦਾ, ਤੇ ਅਹਲਿਆ ਦੇ ਉद्धार ਲਈ ਤ੍ਰੇਤਾ ਯੁੱਗ ਜਿਹੜਾ ਸੀਗਾ ਜਿਸ 'ਚ ਵਿਸ਼ਨੂੰ ਜੀ ਸ਼੍ਰੀ ਰਾਮ ਜੀ ਦਾ ਅਵਤਾਰ ਲੈ ਕੇ ਆਏ, ਉਹਨੂੰ ਪਹਿਲੋਂ ਲੈ ਆਏ ਤਾਂ ਕਿ ਅਹਲਿਆ ਦੇ ਨਾਲ ਜਿਹੜੀ ਨਾਇਨਸਾਫੀ ਹੋਈ ਆ ਉਸ ਨਾਇਨਸਾਫੀ ਨੂੰ ਜਿਹੜਾ ਦੂਰ ਕੀਤਾ ਜਾ ਸਕੇ, ਉਹਨੂੰ ਜਿਹੜਾ ਇਨਸਾਫ ਮਿਲ ਸਕੇ। ਔਰ ਇਸੇ ਤਰ੍ਹਾਂ ਤ੍ਰੇਤਾ ਯੁੱਗ ਦੇ ਵਿੱਚ ਐਗਜ਼ਾਮਪਲ ਮਿਲਦੀ ਹੈ ਮਾਤਾ ਸੀਤਾ ਜੀ ਦੀ। ਮਾਤਾ ਸੀਤਾ ਜੀ ਨੇ ਕੀ ਇੱਛਾ ਜ਼ਾਹਰ ਕੀਤੀ ਇੱਛਾ ਪੂਰਤਿਕ ਵਾਲਮੀਕੀ ਦਿਆਵਾਨ ਬਾਰੇ, ਉਹ ਆਪਾਂ ਜਿਹੜੀ ਆ ਨੈਕਸਟ ਐਪੀਸੋਡ ਦੇ ਵਿੱਚ ਜ਼ਰੂਰ ਇਹ 'ਚ ਸ਼ੇਅਰ ਕਰਾਂਗੇ। ਬਾਕੀ ਮੇਰੀ ਗੱਲ ਨੂੰ ਧਿਆਨ ਦੇਣ ਲਈ, ਮੰਨਣ ਦੇਣ ਲਈ, ਸੁਣਨ ਲਈ ਮੈਂ ਤੁਹਾਡੇ ਸਭ ਸਰੋਤਿਆਂ ਦਾ ਔਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ। ਸੋ ਥੈਂਕ ਯੂ। ਮਤਲਬ ਤੁਸੀਂ ਜਿਹੜਾ ਐਂਡ 'ਚ ਐਕਸਾਈਟਮੈਂਟ ਦੇ ਦਿੰਦੇ ਨਾ ਕਿ ਆਪਾਂ ਹੁਣ ਨੈਕਸਟ ਐਪੀਸੋਡ 'ਚ ਆਹ ਗੱਲ ਕਰਾਂਗੇ, ਇਸ ਤੋਂ ਬਾਅਦ ਆਪਾਂ ਆਹ ਗੱਲ ਕਰਾਂਗੇ, ਹੈ ਨਾ, ਮਾਤਾ ਸੀਤਾ ਬਾਰੇ ਅਤੇ ਦੁਆਪਰ ਯੁੱਗ ਦੀ ਗੱਲ ਕਰਾਂਗੇ। ਹੁਣ ਅੱਛਾ ਇੱਕ ਥੋੜ੍ਹਾ ਦੱਸ ਦਿਓ, ਬਿਕਾਜ਼ ਨਾ ਕਿਉਂਕਿ ਆਪਾਂ ਜੋ ਹੁਣ ਇਸ ਬਾਰੇ ਸਾਰੀ ਜੋ ਗੱਲ ਕੀਤੀ ਇਸ ਤੋਂ ਪਹਿਲਾਂ ਐਪੀਸੋਡ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਹੈ ਨਾ, ਜੋ ਭਰਦਵਾਜ ਜੀ ਬਾਰੇ, ਫਿਰ ਹੁਣ ਆਪਾਂ ਜਿਹੜੀ ਗੱਲ ਕੀਤੀ ਜਦੋਂ ਅਲੱਗ ਸਵਰਗ ਬਣਾ ਦਿੱਤਾ, ਮਤਲਬ ਇਹ ਹੁਣ ਸਵਰਗ ਜਿਹੜਾ ਤੁਸੀਂ ਕਹਿੰਦੇ ਕਿ ਅਲੱਗ ਬਣਾਇਆ, ਇਹ ਡਿਫਰੈਂਟ ਹੈ ਕਿ ਹੁਣ ਵੀ ਹੈਗਾ? ਮਤਲਬ ਜਿੱਦਾਂ ਹੁਣ ਆਪਾਂ ਸਵਰਗ ਇੱਕ ਹੀ ਜਾਣ ਲਿਆ ਕਿ ਜੀ ਕਿਉਂਕਿ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਆਪਣੀ ਗੱਲਾਂ 'ਚ ਕਿਹਾ ਕਿ ਪਰਮਾਤਮਾ ਦਾ ਇੱਕ ਵਿਧਾਨ ਆ ਬਣਾਇਆ ਹੋਇਆ। ਜਦੋਂ ਇਹ ਸਵਰਗ ਦੀ ਉਤਪੱਤੀ ਸੀ ਜਿਹੜੀ ਕਰਵਾਈ ਮਹਾਰਿਸ਼ੀ ਵਿਸ਼ਵਾਮਿੱਤਰ ਜੀ ਨੇ, ਤੇ ਉਦੋਂ ਸਵਰਗ ਦੇ ਵਿਧਾਨ ਨੂੰ ਬਚਾਉਣ ਵਾਸਤੇ ਜਾਂ ਸਵਰਗ ਦੇ ਕਾਨੂੰਨ ਨੂੰ ਇੱਕ ਮੁੱਖ ਰੱਖਣ ਵਾਸਤੇ ਫਿਰ ਰਾਜਾ ਅਰਿਸ਼ਟਨੇਮੀ ਜਿਹੜੇ ਸੀਗੇ ਉਹ ਵੀ ਤਿਆਰ ਹੋ ਗਏ ਇਸ ਚੀਜ਼ ਲਈ, ਆਪਣੇ ਸਰੀਰ ਨੂੰ ਛੱਡਣ ਲਈ, ਕਿਉਂਕਿ ਸਰੀਰ ਜਿਹੜਾ ਇੱਕ ਨਸ਼ਵਰ ਹੈ, ਸਰੀਰ ਅਮਰ ਨਹੀਂ ਹੈ। ਅਮਰ ਕੀ ਹੈ? ਸਾਡੀ ਬਾਣੀ ਜਿਹਨੂੰ ਆਪਾਂ ਬੋਲਦੇ ਹਾਂ। ਅਮਰ ਕੀ ਹੈ? ਜਿਹੜੀ ਆਤਮਾ ਸਾਡੇ 'ਚ ਬੋਲਦੀ ਆ ਉਹ ਅਮਰ ਹੈ। ਅਮਰ ਕੀ ਹੈ? ਉਹ ਸਾਡੇ ਕਰਮ ਹੈ ਜਿਹਨੂੰ ਆਪਾਂ ਕਰਦੇ ਹੈਗੇ ਆ, ਜਿਹਦੇ ਨਾਲ ਜਿਸ ਕਰਮ ਦਾ ਸਾਨੂੰ ਜਿਹੜਾ ਫਲ ਮਿਲਦਾ ਹੈਗਾ। ਜਿਵੇਂ ਕਿ ਆਪਣੇ ਪਿਛਲੇ ਐਪੀਸੋਡ 'ਚ ਮੈਂ ਦੱਸਿਆ ਕਿ ਆਪਾਂ ਨੂੰ ਕਰਮ ਫਲ ਕਿਵੇਂ ਮਿਲਦਾ ਹੈਗਾ, ਤੇ ਉਹ ਕਰਮ ਫਲ ਨੂੰ ਆਪਾਂ ਕਿਵੇਂ ਬੈਟਰਮੈਂਟ ਲਈ ਆਪਾਂ ਕਰਦੇ ਹਾਂ, ਤੇ ਉਸੇ ਕਰਮ ਫਲ ਨੂੰ ਕਰਦੇ ਹੋਏ ਸਾਨੂੰ ਸਾਡੇ ਹੋਏ ਕੀਤੇ ਹੋਏ ਕਰਮਾਂ ਮੁਤਾਬਕ ਲੋਕੀ ਯਾਦ ਕਰਦੇ ਆ, ਔਰ ਉਹੀ ਚੀਜ਼ ਜਿਹੜੀ ਤੁਹਾਨੂੰ ਅੰਮ੍ਰਿਤਤਵ ਪ੍ਰਦਾਨ ਕਰਦੀ ਹੈਗੀ ਆ, ਉਹੀ ਚੀਜ਼ ਤੁਹਾਨੂੰ ਅਮਰਤਾ ਪ੍ਰਦਾਨ ਕਰਦੀ ਹੈਗੀ ਆ, ਉਹੀ ਚੀਜ਼ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੀਵਿਤ ਰੱਖਦੀ ਹੈਗੀ ਆ। ਕਿਉਂਕਿ ਜਿਹੜਾ ਵਿਚਾਰ ਆਪਾਂ ਦਿੰਦੇ ਆ, ਜਿਹੜੀ ਇੱਕ ਭਾਵਨਾ ਆਪਾਂ ਦਿੰਦੇ ਆ, ਜਿਹੜੀ ਇੱਕ ਸੋਚ ਆਪਾਂ ਦਿੰਦੇ ਹੈਗੇ ਆ, ਉਹ ਸੋਚ, ਉਹ ਵਿਚਾਰ, ਉਹ ਭਾਵਨਾ ਕਦੀ ਵੀ ਖਤਮ ਨਹੀਂ ਹੁੰਦੀ। ਯੁਗਾਂ ਯੁਗਾਂਤਰਾਂ ਤੱਕ ਇਹ ਚੀਜ਼ ਜਿਹੜੀ ਚੱਲਦੀ ਰਹਿੰਦੀ ਹੈਗੀ ਆ। ਇਹ ਉਹੀ ਯੁਗਾਂ ਯੁਗਾਂਤਰਾਂ ਦੀ ਗੱਲ ਆ ਜਿਹੜੀ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰ ਰਿਹਾ ਕਿ ਸਾਡੇ ਇਤਿਹਾਸ ਦੇ ਵਿੱਚ ਆਹ ਚੀਜ਼ ਕਹੀ ਗਈ ਹੈ, ਆਹ ਚੀਜ਼ ਤੇ ਉਸ ਸਮੇਂ ਦੇ ਸਾਡੇ ਮਹਾਂਪੁਰਸ਼ਾਂ ਨੇ, ਮਹਾਂਰਿਸ਼ੀਆਂ ਨੇ, ਵਿਦਵਾਨਾਂ ਨੇ ਮਨਨ ਕੀਤਾ, ਤੇ ਐਟ ਪ੍ਰੈਜ਼ੈਂਟ ਉਹਦਾ ਕੀ ਸਾਨੂੰ ਫਾਇਦਾ ਹੋ ਰਿਹਾ ਜਾਂ ਇਨ ਫਿਊਚਰ ਅਸੀਂ ਉਹਦਾ ਫਾਇਦਾ ਲੈ ਸਕਦੇ ਹਾਂ। ਉਸੇ ਚੀਜ਼ ਲਈ ਆਪਾਂ ਜਿਹੜਾ ਨਾਮ ਰੱਖਿਆ ਵਿਆਮ ਰਕਸ਼ਾਮ। ਅਸੀਂ ਜੋ ਪ੍ਰੈਜ਼ੈਂਟ ਦੇ ਵਿੱਚ ਚੀਜ਼ਾਂ ਯੂਜ਼ ਕਰਦੇ ਹਾਂ, ਜਾਂ ਜੋ ਮਤਲਬ ਜੋ ਸਾਡੇ ਸਾਇੰਟਿਸਟ ਵੀ ਬਣਾਉਂਦੇ ਆ, ਜਾਂ ਜਿਸ ਤਰੀਕੇ ਨਾਲ ਵੀ ਜਿਹੜੇ ਵਾਹਨ ਹੋ ਗਏ ਜਾਂ ਲਾਈਟ ਹੋ ਗਈ, ਇਲੈਕਟ੍ਰੀਸਿਟੀ ਹੋ ਗਈ, ਹੈ ਨਾ, ਉਹ ਸਾਡੇ ਇਤਿਹਾਸ ਤੋਂ ਹੀ ਆਈਆਂ ਨੇ ਸਾਡੇ ਕੋਲ। ਬਿਲਕੁਲ ਸਾਡੇ ਸ਼ਾਸਤਰਾਂ ਵਿੱਚ ਲਿਖਿਆ ਗਿਆ, ਸਾਡੇ ਗ੍ਰੰਥਾਂ ਵਿੱਚ ਲਿਖੀਆਂ ਗਈਆਂ ਗੱਲਾਂ, ਇਹ ਗੱਲਾਂ ਸਾਡੇ ਸਭ ਮਤਲਬ ਬਣੇ ਬਣਾਏ ਚੀਜ਼ਾਂ ਜਿਹੜੀਆਂ ਸਾਡੇ ਕੋਲ, ਅਸੀਂ ਜਿਹਨੂੰ ਹੁਣ ਮਾਡਰਨਾਈਜੇਸ਼ਨ ਕਰ ਲਿਆ ਆਪਣੇ ਤਰੀਕੇ ਨਾਲ। ਬਿਲਕੁਲ
ਹੁਣ ਵਿਦਿਅਤ ਪਾਵਰ ਆਪਾਂ ਕਹਿ ਦਿੰਦੇ ਆ, ਜਿਹਨੂੰ ਕੋਈ ਇਲੈਕਟ੍ਰਿਸਿਟੀ ਕਹਿ ਦਿੰਦੇ ਆ, ਹਾਂਜੀ ਜਿਹਨੂੰ ਕੋਈ ਕੜਕ ਕਹਿ ਦਿੰਦੇ ਆ, ਬਿਜਲੀ ਕਹਿ ਦਿੰਦੇ ਆ, ਇਹ ਪਾਵਰ ਅਗਰ ਇਤਿਹਾਸ 'ਚ ਦੇਖੀਏ ਤਾਂ ਕਿਹਦੇ ਕੋਲ ਹੈ? ਸ਼ਾਇਦ ਤੁਹਾਨੂੰ ਮਾਈਂਡ ਹੋਵੇ ਨਾ ਹੋਵੇ, ਬਟ ਮਾਈਂਡ 'ਚ ਹੈ ਪਰ ਤੁਹਾਡੀ ਜ਼ੁਬਾਨ ਤੇ ਨਹੀਂ ਹੈ। ਹਾਂ ਸ਼ਾਇਦ ਉਹ ਹੈ ਰਾਜਾ ਇੰਦਰ। ਹਾਂ ਜੀ, ਜਿਹਨੂੰ ਆਪਾਂ ਸਵਰਗ ਦਾ ਦੇਵਤਾ ਜਾਂ ਫਿਰ ਬਾਦਲਾਂ ਦਾ ਰਾਜਾ ਆਪਾਂ ਕਹਿ ਦਿੰਦੇ ਆ। ਬਾਦਲ ਜਦੋਂ ਆਪਸ 'ਚ ਟਕਰਾਉਂਦੇ ਆ, ਜਿਹੜੀ ਇੱਕ ਕੜਕ ਪੈਦਾ ਹੁੰਦੀ ਹੈ, ਇੱਕ ਬਿਜਲੀ ਪੈਦਾ ਹੁੰਦੀ ਹੈ, ਇਹ ਉਸ ਇੰਦਰ ਦੀ ਬਖਸ਼ੀ ਹੋਈ ਤਾਕਤ ਹੈ, ਜਿਸ ਨੂੰ ਅੱਜ ਦੀ ਡੇਟ 'ਚ ਆਪਾਂ ਘਰਸ਼ਣ ਕਿਰਿਆ ਵੀ ਕਹਿ ਦਿੰਦੇ ਹਾਂ। ਘਰਸ਼ਣ ਕਿਰਿਆ ਕਿ ਜਦੋਂ ਦੋ ਚੀਜ਼ਾਂ ਆਪਸ 'ਚ ਰਗੜਾਉਂਦੀਆਂ ਤੇ ਉਹਦੇ ਨਾਲ ਜਿਹੜੀ ਹੀਟ ਪੈਦਾ ਹੁੰਦੀ ਹੈਗੀ ਹੈ, ਉਹ ਇੱਕ ਵਿਦਿਅਤ ਪਾਵਰ ਹੈ, ਜਿਹਨੂੰ ਕੋਈ ਵਜਰ ਸ਼ਕਤੀ ਵੀ ਆਪਾਂ ਕਹਿ ਦਿੰਦੇ ਹਾਂ। ਸੋ ਇਹ ਗੱਲਾਂ ਸਿਰਫ ਤੁਹਾਨੂੰ ਵਿਆਮ ਰਕਸ਼ਾਮ ਦੇ ਵਿੱਚ ਹੀ ਸੁਣਨ ਨੂੰ ਮਿਲਣਗੀਆਂ, ਦੇਖਣ ਨੂੰ ਮਿਲਣਗੀਆਂ, ਤੇ ਬਹੁਤ ਅੱਛਾ ਲੱਗਦਾ ਸਰ ਜਦੋਂ ਇਹ ਸਾਰੀਆਂ ਗੱਲਾਂ ਹੁੰਦੀਆਂ। ਮੈਂ ਪਹਿਲਾਂ ਵੀ ਕਹਿੰਦਾ ਹੁੰਦਾ ਸੀ ਕਿ ਤੁਹਾਡੀ ਗੱਲ ਤੋਂ ਨਾ ਇੱਕ ਤਸਵੀਰ ਬਣਦੀ ਹੈ, ਤੁਹਾਡੇ ਜਿਹੜੇ ਬੋਲਣ ਦਾ ਤਰੀਕਾ, ਤੁਹਾਡਾ ਸਮਝਾਉਣ ਦਾ ਤਰੀਕਾ, ਕਿਉਂਕਿ ਇਹ ਪਹਿਲੂ ਹੁੰਦੇ ਨੇ ਜਿਹੜੇ ਸਾਨੂੰ ਸ਼ਾਇਦ ਨਹੀਂ ਪਤਾ ਹੁੰਦੇ। ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਹੈ ਨਾ, ਵੀ ਆਰ ਦਾ ਯੰਗਸਟਰਸ, ਸਾਨੂੰ ਅਸੀਂ ਕਿਤਾਬਾਂ ਪੜ੍ਹੀਆਂ ਨੇ, ਸਕੂਲ 'ਚ ਪੜ੍ਹਦੇ ਹਾਂ, ਕਾਲਜ 'ਚ ਪੜ੍ਹਦੇ ਹੈ ਨਾ, ਅਤੇ ਉਹ ਕਿਤਾਬਾਂ ਦੇ ਵਿੱਚ ਵੀ ਇੱਕ ਲੈਸਨ ਹੁੰਦਾ ਜਿਹੜਾ 2 ਤੋਂ 3 ਪੰਨਿਆਂ ਦਾ ਹੁੰਦਾ। ਅਸੀਂ ਉਨੀ ਪੜ੍ਹੀ ਕਹਾਣੀ, ਉਨੀ ਸਾਡੇ ਦਿਮਾਗ 'ਚ ਬੈਠ ਕੇ ਅਸੀਂ ਐਗਜ਼ਾਮ 'ਚ ਲਿਖਤੀ, ਚਲੋ ਜੀ ਪਾਸ ਹੋ ਗਏ, ਦੈਨ ਉਹ ਕਲੀਅਰ ਆਊਟ ਹੋ ਗਿਆ। ਲੇਕਿਨ ਕਿਤਾਬਾਂ ਨੂੰ ਪੜ੍ਹਨਾ ਅਤੇ ਉਸ ਤੋਂ ਬਾਅਦ ਜੋ ਮਤਲਬ ਉਸ ਗਿਆਨ ਨੂੰ ਆਪਣੇ ਦਿਮਾਗ 'ਚ ਰੱਖਣਾ, ਹੁਣ ਜਿਵੇਂ ਤੁਸੀਂ ਹੁਣ ਕਿੰਨੇ ਟਾਈਮ ਤੋਂ ਬੁੱਕਸ ਪੜ੍ਹਦੇ ਹੋਣੇ, ਤੁਹਾਨੂੰ ਸਰ ਕਿੰਨਾ ਭੰਡਾਰ ਆ ਤੁਹਾਡੇ ਮਾਈਂਡ ਦੇ ਵਿੱਚ, ਦਿਮਾਗ ਦੇ ਵਿੱਚ। ਦੇਖੋ ਅਭੀ ਜੀ, ਪਰਮਾਤਮਾ ਨੇ ਇਨਸਾਨ ਜਦੋਂ ਬਣਾਇਆ ਨਾ, ਆਪਣੀ ਹਰ ਯੂਨੀਵਰਸ ਦੀ ਹਰ ਚੀਜ਼ ਦੀ ਜਿਹੜੀ ਇੱਛਾਈ ਉਸ ਇਨਸਾਨ ਦੇ ਵਿੱਚ, ਉਸ ਜੀਵ 'ਚ ਜਿਹੜੀ ਪਾ ਦਿੱਤੀ। ਪਰ ਇਨਸਾਨ ਦੇ ਵਿੱਚ ਵੀ ਜਿਹੜੀ ਸਰਵੋਤਮ ਚੀਜ਼ ਹੈਗੀ ਹੈ, ਉਹ ਹੈ ਉਹਦਾ ਮਸਤਿਸ਼ਕ ਜੀ, ਜਿਹਨੂੰ ਕਿ ਆਪਾਂ ਅੱਜ ਦੀ ਡੇਟ 'ਚ ਕੰਪਿਊਟਰ ਵੀ ਕਹਿ ਦਿੰਦੇ ਹਾਂ। ਪਰ ਸਾਡਾ ਜਿਹੜਾ ਦਿਮਾਗ ਆ, ਉਹ ਕੰਪਿਊਟਰ ਤੋਂ ਵੀ 1000 ਗੁਣਾ ਨਹੀਂ, ਲੱਖਾਂ ਗੁਣਾ ਤੇਜ਼ ਚੱਲਦਾ ਹੈ, ਕਰੋੜਾਂ ਗੁਣਾ ਤੇਜ਼ ਚੱਲਦਾ ਹੈ। ਬਟ ਅਸੀਂ ਡਿਪੈਂਡੈਂਟ ਹੋ ਗਏ, we are dependent, or we are not using our mind power. We can't think, we can't read, or we can't understand what we have to read or what we have to be written or shown in our shastras, our Vedas and our books. ਇਹ ਚੀਜ਼ਾਂ ਆਪਾਂ ਪੜ੍ਹਦੇ ਜ਼ਰੂਰ ਹਾਂ, ਦੇਖਦੇ ਜ਼ਰੂਰ ਹਾਂ, ਪਰ ਉਸ ਨੂੰ ਪੜ੍ਹ ਕੇ ਦੇਖ ਕੇ ਭੁੱਲ ਜਾਂਦੇ ਹਾਂ। ਮੈਨੂੰ ਬੜਾ ਇੱਕ ਸ਼ੌਂਕ ਸੀ, ਜਾਂ ਕਹਿ ਲਓ ਕਿ ਮੇਰੀ ਇੱਕ ਇੱਛਾ ਸੀਗੀ ਕਿ ਉਹ ਸ਼ਕਤੀ, ਉਹ ਤਾਕਤ, ਜਿਹੜੀ ਚੀਜ਼ ਜਾਂ ਕਹਾਣੀ ਦੇ ਵਿੱਚ ਸਾਨੂੰ ਦਿਖਾਈ ਜਾਂਦੀ ਹੈ ਜਾਂ ਪੜ੍ਹਾਈ ਜਾਂਦੀ ਹੈ, ਉਹ ਚੀਜ਼ ਕਿੱਥੇ ਹੈ? ਉਹੀ ਕੁਐਸਚਨ, ਜਿਹੜਾ ਕੁਐਸਚਨ ਮੈਂ ਤੁਹਾਨੂੰ ਕਹਿ ਦਿੱਤਾ ਕਿ ਇਹ ਇੱਕ ਪੰਛੀ ਨੂੰ ਉੜਦੇ ਹੋਏ ਦੇਖ ਕੇ ਜਿਹੜਾ ਮਨ ਦੇ ਵਿੱਚ ਆਇਆ ਕਿ ਜੇ ਪੰਛੀ ਉੜ ਸਕਦਾ ਤੇ ਅਸੀਂ ਕਿਉਂ ਨਹੀਂ, ਵਾਈ ਵੀ ਆਰ ਨਾਟ। ਉਸ ਸਮੇਂ ਜਿਹੜੀ ਇਜਾਦ ਹੋਈ, ਉਹ ਵਿਮਾਨ ਦੀ ਇਜਾਦ ਹੋਈ, ਜਿਸ ਦੀ ਇਜਾਦ ਮਹਾਰਿਸ਼ੀ ਕਸ਼ਪ ਜੀ ਦੇ ਪੁੱਤਰ ਮਹਾਰਿਸ਼ੀ ਭਰਦਵਾਜ ਜੀ ਨੇ ਆਪਣੀ ਕਿਤਾਬ ਵਿਆਮ ਰਕਸ਼ਾਮ ਦੇ ਵਿੱਚ ਦਿੰਦੇ ਹੋਏ, ਯਾਨੀ ਕਿ ਮਿਹਨਤ ਦਾ ਜਿਹੜਾ ਦਿੰਦੇ ਹੋਏ, ਯੰਤਰਿਕ ਵਿਦਿਆ, ਯਾਨੀ ਕਿ ਯੰਤਰਾਂ ਦੀ ਜਿਹੜੀ ਵਿਦਿਆ ਹੈਗੀ ਆ, ਵਿਮਾਨਨ ਸ਼ਾਸਤਰ, ਉਹਦੇ ਵਿੱਚ ਸਾਨੂੰ ਬੜੇ ਹੀ ਵਿਸਤਾਰ ਦੇ ਨਾਲ ਦੱਸੀ ਹੈਗੀ ਹੈ। ਅਤੇ ਸ਼ਿਵਪ੍ਰੁਤ ਤਲਪਰੇ ਜਿਹੜੇ ਕਿ ਮਹਾਰਾਸ਼ਟਰ ਤੋਂ ਹੋਏ ਨੇ, ਉਹਨਾਂ ਨੇ ਮਹਾਰਿਸ਼ੀ ਜਿਹੜੇ ਆਪਣੇ ਦਿਆਨੰਦ ਸਰਸਵਤੀ ਜੀ ਸੀਗੇ, ਉਹਨਾਂ ਦੇ ਲਿਖੇ ਹੋਏ ਭਾਸ਼ਕ ਨੂੰ ਸਮਝਿਆ, ਸਮਝ ਕੇ ਜਿਹੜੀ ਇਤਿਹਾਸ 'ਚ ਸਾਡੀ ਚੀਜ਼ ਕਹੀ ਗਈ ਸੀ ਉਹਨੂੰ ਦਰਸਾਇਆ, ਅਤੇ ਸਾਨੂੰ ਪਤਾ ਲੱਗਿਆ ਕਿ ਇਹ ਵਿਮਾਨ ਕਿੱਦਾਂ ਸਾਡੇ ਇਤਿਹਾਸ 'ਚ ਸੀਗੇ, ਕਿਵੇਂ ਇਹਦਾ ਸਰਜਨ ਹੋਇਆ ਸੀ, ਕਿਹੜੀਆਂ ਟੈਕਨੀਕਸ ਗਈਆਂ ਦੀਆਂ। ਪਰ ਸਾਨੂੰ ਕੀ ਹੈ ਪੜ੍ਹਾਇਆ ਜਾਂਦਾ ਜੀ, ਵਿਮਾਨ ਦੀ ਜਿਹੜੀ ਇਨਵੈਂਸ਼ਨ ਹੈਗੀ ਆ ਰਾਈਟ ਬ੍ਰਦਰਸ ਨੇ ਕੀਤੀ ਹੈ। ਔਰ ਰਾਈਟ ਬ੍ਰਦਰਸ ਜਾਂ ਉਹਨਾਂ ਦੇ ਨਾਲ ਉਹਨਾਂ ਨੂੰ ਇਨਵੈਂਟ ਕਰਨ ਵਾਲੇ ਜਾਂ ਉਹਨਾਂ ਨੂੰ ਰੂਲਡ ਕਰਨ ਵਾਲੇ ਜਿਹੜੇ ਲੋਕ ਸੀ, ਸਾਡੇ ਸ਼ਾਸਤਰਾਂ ਦਾ ਗਿਆਨ ਜਿਹੜਾ ਆਪਣੇ ਨਾਲ ਚੱਕ ਕੇ ਲੈ ਗਏ ਸੀ। ਡੈਫੀਨਿਟਲੀ। ਅਤੇ ਉਸੇ ਗਿਆਨ ਦੇ ਉੱਪਰ ਉਹਨਾਂ ਨੇ ਆਪਣਾ ਠੱਪਾ ਲਾ ਦਿੱਤਾ, ਜਦ ਕਿ ਇਹ ਗਿਆਨ ਜਿਹੜਾ ਉਹ ਸਾਡਾ ਹੈ, ਸਾਡੀ ਸੰਸਕ੍ਰਿਤੀ ਦਾ ਹੈ, ਸਾਡੇ ਭਾਰਤ ਵਰਸ਼ ਦਾ ਹੈ, ਕੋਈ ਬਾਹਰੋਂ ਨਹੀਂ ਆਇਆ ਹੋਇਆ। ਕਹਾਂਗੇ ਨਾ, ਮਤਲਬ ਉਹ ਇੰਟੈਲੀਜੈਂਟ ਹੀ ਹੋਏ, ਉਹਨਾਂ ਨੇ ਉਸ ਗਿਆਨ ਨੂੰ ਅਡਾਪਟ ਕੀਤਾ। ਇੱਥੇ ਮੈਂ ਤਾਂ ਇਹ ਚੀਜ਼ ਤੁਹਾਨੂੰ ਕਹਾਂਗਾ ਕਿ ਸਾਡੇ ਭਾਰਤ ਦੀ ਬੜੀ ਵਿਡੰਬਨਾ ਰਹੀ ਹੈ ਕਿ ਗਿਆਨ ਨੂੰ ਸਪਰੈਡ ਕਰਨ ਦੀ ਬਜਾਏ ਆਪਾਂ ਗਿਆਨ ਨੂੰ ਸਮੇਟਿਆ, ਲੁਕੋ ਲਿਆ। ਵੀ ਯਾਰ ਠੀਕ ਹੈ, ਪੜ੍ਹਨ ਦਾ ਜਿਹੜਾ ਕੰਮ ਆ ਬ੍ਰਾਹਮਣ ਦਾ ਹੈ, ਇਹ ਸ਼ੂਦਰ ਦਾ ਕੰਮ ਨਹੀਂ ਹੈ। ਪੜ੍ਹਨ ਦਾ ਕੰਮ ਇੱਕ ਪੰਡਿਤ ਦਾ ਹੈ, ਇਹ ਸ਼ਾਸਤਰੀਆ ਦਾ ਨਹੀਂ ਹੈ। ਪੜ੍ਹਨ ਦਾ ਕੰਮ ਜਿਹੜਾ ਇੱਕ ਉਸ ਪੰਡਿਤ ਦਾ ਹੈ, ਨਾ ਕਿ ਇੱਕ ਵੈਸ਼ਯ ਦਾ। ਆਪਾਂ ਉਹਨੂੰ ਕਰਮ ਦੇ ਅਨੁਸਾਰ ਉਹਨੂੰ ਵੰਡ ਦਿੱਤਾ, ਜਦ ਕਿ ਪੜ੍ਹਾਈ ਦੇ ਉੱਪਰ ਕਿਸੇ ਦਾ ਵੀ ਕੋਈ ਅਧਿਕਾਰ ਨਹੀਂ ਹੈ, ਕਿਸੇ ਦੀ ਬਪੋਤੀ ਨਹੀਂ ਹੈ, ਕਿਸੇ ਦੀ ਇਹ ਸੰਪਤੀ ਨਹੀਂ ਹੈ। ਗਿਆਨ ਦੇ ਉੱਪਰ ਹਰ ਇੱਕ ਦਾ ਹੀ ਅਧਿਕਾਰ ਹੈ। ਉਹ ਗਿਆਨ ਚਾਹੇ ਆਪਣੇ ਕੋਲ ਸਰੀਰਕ ਰੂਪ ਦੇ ਵਿੱਚ ਹੋਵੇ, ਚਾਹੇ ਮਾਨਸਿਕ ਰੂਪ ਦੇ ਵਿੱਚ ਹੋਵੇ, ਉਸ ਗਿਆਨ ਨੂੰ ਪਰਮਾਤਮਾ ਨੇ ਇਹੀ ਕਿਹਾ ਕਿ ਆਪਾਂ ਜਿੰਨਾ ਵੰਡਾਂਗੇ ਓਨਾ ਹੀ ਉਹਦਾ ਪ੍ਰਕਾਸ਼ ਉਹਦਾ ਫੈਲੇਗਾ।
ਉਸ ਗਿਆਨ ਦਾ ਕੋਈ ਫਾਇਦਾ ਨਹੀਂ ਜਿਹੜਾ ਮੇਰੇ ਤੱਕ ਹੀ ਸੀਮਿਤ ਰਵੇ। ਹੁਣ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਹੈ ਕਿ ਸਾਨੂੰ ਕਿਤਾਬਾਂ 'ਚ ਪੜ੍ਹਨ ਨੂੰ ਮਿਲਦਾ ਹੈ, ਦੇਖਣ ਨੂੰ ਮਿਲਦਾ ਹੈ, ਪਰ ਅਸੀਂ ਉਹਨੂੰ ਭੁੱਲ ਜਾਂਦੇ ਹਾਂ। ਇਹੀ ਜਿਹੜੀ ਚੀਜ਼ ਆ ਮੈਂ ਆਪਣੀ ਜੀਵਨ 'ਤੇ ਲਿਆਂਦੀ ਹੈਗੀ ਆ, ਉਹ ਗਿਆਨ ਨੂੰ, ਉਸ ਜਿਹੜੀ ਪਾਵਰ ਨੂੰ, ਉਸ ਸ਼ਕਤੀ ਨੂੰ ਪੜ੍ਹਿਆ, ਜਾਣਿਆ, ਮਨਨ ਕੀਤਾ, ਮੰਥਨ ਕੀਤਾ ਤੇ ਇੱਕ ਨਾ ਇੱਕ ਕੜੀ ਉਹਦੀ ਜੋੜੀ। ਉਹ ਜੋੜ ਕੇ ਕਿਸ ਤਰ੍ਹਾਂ ਇਹ ਕੜੀਆਂ ਸਾਡੇ ਇਤਿਹਾਸ ਨਾਲ ਸਾਨੂੰ ਜੋੜਦੀਆਂ, ਸਾਡੀ ਜੜ੍ਹਾਂ ਨਾਲ ਸਾਨੂੰ ਜੋੜਦੀਆਂ, ਉਹਨੂੰ ਪੇਸ਼ ਕਰਨ ਦਾ ਜਾਂ ਕਹਿਣ ਦਾ ਇੱਕ ਜਿਹੜਾ ਆਪਣਾ ਵਿਚਾਰ ਰੱਖਣ ਦਾ ਜਿਹੜਾ ਮਾਧਿਅਮ ਹੈਗਾ, ਜਿਨ੍ਹਾਂ ਨੂੰ ਕਿ ਆਪਾਂ ਵਿਆਮ ਰਕਸ਼ਾਮ ਨਾਮ ਦਿੱਤਾ ਕਿ ਆਪਣੀ ਰਕਸ਼ਾ ਆਪ ਅਸੀਂ ਕਿਵੇਂ ਕਰ ਸਕਦੇ ਹਾਂ। ਡੈਟਸ ਵਾਈ ਇਹ ਜਿਹੜਾ ਇਸ ਐਪੀਸੋਡ ਦੇ ਥਰੂ ਤੁਹਾਡੇ ਨਾਲ ਮੈਂ ਆਪਣੇ ਕੋਲ ਜੋ ਗਿਆਨ ਆ, ਮੈਨੂੰ ਜੋ ਗਿਆਨ ਦੀ ਪ੍ਰਾਪਤੀ ਹੋਈ ਹੈ, ਉਹਨੂੰ ਮੈਂ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦਾ ਕਿ ਜਿਹੜਾ ਗਿਆਨ ਮੈਨੂੰ ਮਿਲਿਆ ਹੈਗਾ 30 ਸਾਲ 'ਚ, 35 ਸਾਲ 'ਚ, ਜਿਸ ਤਰ੍ਹਾਂ ਵੀ ਹੈ, ਉਹ ਗਿਆਨ ਜਿਹੜਾ ਤੁਹਾਨੂੰ 5 ਮਿੰਟ 'ਚ, 10 ਮਿੰਟ 'ਚ, 20 ਮਿੰਟ 'ਚ ਜਿਹੜਾ ਮੈਂ ਦੇਣ ਦੀ ਕੋਸ਼ਿਸ਼ ਕਰ ਸਕਾਂ। ਤੇ ਤੁਹਾਡਾ ਮੈਂ ਸਾਰਿਆਂ ਦਾ ਬੜਾ ਧੰਨਵਾਦ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮੇਂ ਦਿੰਦੇ ਹੋ, ਮੇਰੇ ਵਿਚਾਰਾਂ ਨੂੰ ਸੁਣਦੇ ਹੋ, ਤੇ ਇਹੀ ਆਸ ਰੱਖਾਂਗਾ ਤੁਸੀਂ ਮੇਰੀ ਕਹੀ ਹੋਈ ਗੱਲ ਨੂੰ ਉਨ 'ਤੇ ਮਨਨ ਵੀ ਜਿਹੜਾ ਕਰਿਓ। ਡੈਫੀਨੇਟਲੀ ਸਰ, ਡੈਫੀਨੇਟਲੀ। ਇਸ ਲਈ ਸ਼ਾਇਦ ਮਨਨ ਯਾਨੀ ਕਿ ਵਿਚਾਰ ਵੀ ਕਰਿਓ ਉਸ ਚੀਜ਼ 'ਤੇ। ਬਿਲਕੁਲ ਬਿਲਕੁਲ ਸਰ, ਬਿਲਕੁਲ ਸਰ। ਥੈਂਕ ਯੂ ਸੋ ਮਚ ਫॉर ਕਮਿੰਗ ਹੇਅਰ। ਤੁਸੀਂ ਗਾਇਸ ਦੇਖਦੇ ਰਹੋ V24 TV ਤੇ ਵਿਆਮ ਰਕਸ਼ਾਮ ਸ਼ੋਅ ਪੇਸ਼ ਆਉਂਦਾ ਜੀ। ਥੈਂਕ ਯੂ, ਧੰਨਵਾਦ। ਧੰਨਵਾਦ ਜੀ।